ਤਾਂ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਔਰ ਨਾਲ ਹੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਆਪਣੇ ਨਾ ਬਾਕੀ ਸਾਰੇ ਤਾਂ ਹੋ ਗਏ ਸੀਗੇ, ਆਪਣਾ ਇੱਕ ਰਹਿ ਗਿਆ ਸੀ ਖੈਤੇ ਦੀ ਰਿਸ਼ਤੇਦਾਰੀਆਂ ਬਾਰੇ ਕਰ ਰਹੇ ਸੀ ਨਾ। ਇਸ ਸ਼੍ਰੇਣੀ ਵਿੱਚ ਇਹ ਖੂਨ ਸੰਬੰਧੀ ਆਉਂਦੇ ਆ ਜਿਨ੍ਹਾਂ ਸੰਬੰਧ ਸਿੱਧਾ ਨਹੀਂ ਹੁੰਦਾ, ਜਿਵੇਂ ਭੂਆ, ਭਤੀਜਾ, ਭਤੀਜੀ, ਚਾਚਾ, ਤਾਇਆ, ਮਾਮਾ, ਹੈ ਨਾ, ਇਹ ਖੈਤੇਜ ਵਿੱਚ ਆਉਂਦੇ ਆ। ਠੀਕ ਆ। ਔਰ ਵਿਆਹ 'ਤੇ ਆਧਾਰਿਤ ਜਿਹੜੀ ਰਿਸ਼ਤੇਦਾਰੀ ਆ, ਇਹਦੇ ਵਿੱਚ ਅਸੀਂ ਉਹਨਾਂ ਸੰਬੰਧਾਂ ਨੂੰ ਸ਼ਾਮਿਲ ਕਰਦੇ ਜੋ ਕਿਸੇ ਇਸਤਰੀ ਅਤੇ ਪੁਰਸ਼ ਨਾਲ ਵਿਆਹ ਦੁਆਰਾ ਬਣਦੇ ਆ। ਅਤੇ ਸਿਰਫ ਪਤੀ ਪਤਨੀ ਦੇ ਸੰਬੰਧ ਹੀ ਨਹੀਂ, ਸਗੋਂ ਜੀਜਾ, ਸਾਲੀ, ਚਾਚਾ, ਚਾਚੀ, ਮਾਮੀ ਆਦਿ ਵੀ ਸ਼ਾਮਿਲ ਹੁੰਦੇ ਆ। ਠੀਕ ਹੈ। ਅੱਗੇ ਹੁੰਦਾ ਹੈ ਰਿਸ਼ਤੇਦਾਰੀ ਦੀਆਂ ਮੁੱਢਲੀਆਂ ਸ਼੍ਰੇਣੀਆਂ, ਜਿਹਦੇ ਵਿੱਚ ਮੁੱਢਲੇ ਸੰਬੰਧੀ ਹੁੰਦੇ ਆ ਪਤੀ ਪਤਨੀ, ਛੋਟੇ ਵੱਡੇ ਭਰਾ, ਛੋਟੀ ਵੱਡੀ ਭੈਣ, ਭੈਣ ਭਰਾ, ਪੁੱਤਰ ਪੁੱਤਰੀ, ਹੈ ਨਾ। ਔਰ ਦੂਜੇ ਦਰਜੇ ਦੇ ਰਿਸ਼ਤੇ ਹੁੰਦੇ ਚਾਚਾ, ਮਾਮਾ, ਤਾਇਆ, ਭੂਆ, ਚਾਚੀ ਅਤੇ ਚਾਚੇ ਦੇ ਪਿਤਾ ਨਾਲ ਸੰਬੰਧ, ਹੈ ਨਾ। ਇਸ 'ਤੇ ਤੀਜੇ ਦਰਜੇ ਦੇ ਉਹ ਆਉਂਦੇ ਆ ਜਿਵੇਂ ਸਾਲੇ ਹਾਰ। ਦੂਰ ਦੇ ਰਿਸ਼ਤੇਦਾਰ ਉਹ ਹੁੰਦੇ ਆ ਜਿਹਦੇ ਵਿੱਚ ਦੂਰ ਦੇ ਜਿਹੜੇ ਨਾਨਕੇ ਦਾਦਕੇ ਆ, ਹੈ ਨਾ, ਇਸ ਤਰ੍ਹਾਂ ਨਾਲ। ਇਸ ਤੋਂ ਬਾਅਦ ਮੇਨ ਟੌਪਿਕ ਹੈਗਾ ਹੈ ਪੰਜਾਬ ਦੀਆਂ ਲੋਕ ਕਲਾਵਾਂ। ਮਨੁੱਖ ਨੂੰ ਆਪਣੀ ਮਾਨਸਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਈ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ। ਇਹ ਸੋਝ ਦੇ ਅਧੀਨ ਰਹਿ ਕੇ ਹੀ ਪੂਰਾ ਹੋ ਸਕਦਾ ਹੈ। ਸੋਝ ਨੂੰ ਮਾਨਣ ਦੀ ਇੱਛਾ ਹੀ ਲੋਕ ਕਲਾਵਾਂ ਦਾ ਸੱਭਿਆਚਾਰਕ ਵਿਰਸੇ ਵਿੱਚ ਜਨਮ ਹੋਇਆ ਹੈ ਅਤੇ ਇਸ ਨੂੰ ਪਰੰਪਰਾਗਤ ਤਰੀਕੇ ਵਿੱਚ ਲੋਕਾਂ ਨੇ, ਕਲਾਕਾਰਾਂ ਨੇ ਆਪਣੇ ਆਪਣੇ ਅਨੁਭਵ ਅਤੇ ਇੱਛਾ ਅਨੁਸਾਰ ਸਿੰਜਿਆ ਅਤੇ ਪੇਸ਼ ਕੀਤਾ ਹੈ। ਠੀਕ ਹੈ। ਉਹ ਸੱਭਿਆਚਾਰਕ ਵਿਰਸੇ ਵਿੱਚ ਲੋਕ ਕਲਾਵਾਂ ਅਖਵਾਈਆਂ ਅਤੇ ਲੋਕ ਕਲਾਵਾਂ ਜਿਹੜੀਆਂ ਇਹ ਸਾਡੇ ਸੱਭਿਆਚਾਰ ਅਤੇ ਸਮਾਜ ਦੀ ਉਹ ਤਸਵੀਰ ਪੇਸ਼ ਕਰਦੀਆਂ ਹੈ ਜਿਸ ਦੇ ਨਾਲ ਸਾਡੀ ਚੱਲ ਰਹੀਆਂ ਪੀੜ੍ਹੀਆਂ ਜਿਹੜੀਆਂ ਆਪਣੀਆਂ ਪਰੰਪਰਾਵਾਂ ਤੋਂ ਜਾਣੂ ਹੁੰਦੀਆਂ ਹੈ, ਹੈ ਨਾ। ਅਤੇ ਬੰਜਾਰਾ ਬੇਦੀ ਨੇ ਕੀ ਕਿਹਾ ਹੈ? ਬੰਜਾਰਾ ਬੇਦੀ ਦਾ ਕਥਨ ਹੈਗਾ ਹੈ, ਉਹ ਕਲਾ ਜਿਸ ਨੂੰ ਆਦਿ ਕਾਲ ਤੋਂ ਅਨੇਕਾਂ ਕਿਰਤੀਆਂ ਨੇ ਆਪਣੇ ਅਨੁਭਵ ਨਾਲ ਸਿੰਜ ਕੇ ਰਸਾਇਆ, ਉਹ ਕੀ ਆ? ਲੋਕ ਕਲਾਵਾਂ ਹੁੰਦੀਆਂ। ਇਸ ਤੋਂ ਬਾਅਦ ਇਹਦੇ ਵਿੱਚ ਮੇਨ ਚੀਜ਼ ਜਿਹੜੀ ਆ ਇਹ ਰਸਕਿਨ ਦੀ ਪਰਿਭਾਸ਼ਾ ਹੈ। ਰਸਕਿਨ ਦੀ ਪਰਿਭਾਸ਼ਾ ਕਿਵੇਂ, ਹੈ ਨਾ, ਇਹ ਲੋਕ ਕਲਾਵਾਂ ਬਾਰੇ ਥੋੜ੍ਹੀ ਜਿਹੀ ਜੇ ਤੁਹਾਨੂੰ ਡਿਸਟਰਬੈਂਸ ਹੋਈ ਨਾ ਤਾਂ ਪਲੀਜ਼ ਇਗਨੋਰ ਕਰਿਓ। ਮੇਰੀ ਜਿਹੜੀ ਰਿਹਾਇਸ਼ ਹੈ ਇਹ PGI ਦੇ ਰੋਡ 'ਤੇ ਹੀ ਪੈ ਜਾਂਦੀ ਹੈ, ਤਾਂ PGI ਨੂੰ ਜਿਹੜੇ ਐਂਬੂਲੈਂਸ ਜਾਂਦੇ ਉਹ ਇਸੇ ਰੋਡ ਤੋਂ ਜਾਂਦੇ ਆ, ਤਾਂ ਕਈ ਵਾਰ ਡਿਸਟਰਬੈਂਸ ਹੋ ਸਕਦੀ ਆ, ਇਗਨੋਰ ਕਰਿਓ। ਪਰਿਭਾਸ਼ਾ ਕੀ ਆ? ਅਸੀਂ ਇਹ ਕਹਿ ਸਕਦੇ ਹਾਂ ਜਿਹੜੀ ਉੱਪਰਲੀ ਪਰਿਭਾਸ਼ਾ ਉਹਦੇ ਅਕੋਰਡਿੰਗ ਕਿ ਕਲਾ ਜਿਹੜੀ ਮਰਜ਼ੀ ਹੋਵੇ, ਸਾਨੂੰ ਉਸ ਨੂੰ ਮਾਣ ਬਖਸ਼ਣਾ ਚਾਹੀਦਾ ਹੈ, ਆਪਣੇ ਸੱਭਿਆਚਾਰਕ ਵਿਰਸੇ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਇਹਨਾਂ ਲੋਕ ਕਲਾਵਾਂ ਦਾ ਕੋਈ ਇੱਕ ਰਚਾਇਤਾ ਨਹੀਂ, ਸਗੋਂ ਬਹੁਤ ਵੱਡਾ ਜਨ ਸਮੂਹ ਹੀ ਇਸ ਦੀ ਰਚਨਾ ਕਰਦਾ ਹੈ। ਇਹਨਾਂ ਲੋਕ ਕਲਾਵਾਂ ਨੂੰ ਲੋਕ ਪ੍ਰਵਾਨਗੀ ਪ੍ਰਾਪਤ ਹੁੰਦੀ ਹੈ ਅਤੇ ਇਹ ਹਰ ਸਮੇਂ ਵੇਖਣ ਸੁਣਨ ਵਿੱਚ ਨਵੀਆਂ ਲੱਗਦੀਆਂ ਹੈ ਅਤੇ ਪੀੜ੍ਹੀ ਦਰ ਪੀੜ੍ਹੀ ਲੋਕਾਂ ਰਾਹੀਂ ਅੱਗੇ ਵੱਧਦੀਆਂ। ਜਿਵੇਂ ਪੰਜਾਬ ਦੀਆਂ ਲੋਕ ਕਲਾਵਾਂ ਦੇ ਨਮੂਨੇ ਹੜੱਪਾ ਅਤੇ ਰੋਪੜ ਦੀਆਂ ਪੁਰਾਣੀਆਂ ਥਿਆਂ ਦੀ ਖੁਦਾਈ ਵਿੱਚੋਂ ਮਿਲਦੀਆਂ ਹੈ, ਹੈ ਨਾ। ਲੋਕ ਕਲਾਵਾਂ ਵਿੱਚ ਘਰ ਦੇ ਕੰਮ ਜਿਵੇਂ ਦਰੀਆਂ ਬੁਣਨਾ, ਖੇਸ ਬਣਾਉਣੇ, ਚਾਦਰਾਂ, ਗਲੀਚੇ, ਫੁਲਕਾਰੀ ਆਦਿ ਉੱਪਰ ਖੂਬਸੂਰਤ ਅੰਦਾਜ਼ ਵਿੱਚ ਕੰਮ ਸ਼ਾਮਿਲ ਹੈ। ਪਹਿਲਾਂ ਜੇ ਕੋਈ ਔਰਤ ਕਿਸੇ ਘਰ ਆਏ ਮਹਿਮਾਨ ਨੂੰ ਬਾਜ਼ਾਰ ਤੋਂ ਖਰੀਦੀ ਹੋਈ ਰਜਾਈ ਆਦਿ ਲੈਣ ਨੂੰ ਦਿੰਦੀ ਤਾਂ ਔਰਤ ਨੂੰ ਕੁਚੱਜੀ ਮੰਨਿਆ ਜਾਂਦਾ ਸੀ। ਉਹਨੂੰ ਅਜਿਹੇ ਕੰਮ ਕਰਨੇ ਨਹੀਂ ਆਉਂਦੇ, ਇਹਨਾਂ ਕਹਿਣ ਦਾ ਮਤਲਬ ਇਹ ਸੀਗਾ ਉਹਨੂੰ ਅਜਿਹੇ ਕੰਮ ਨਹੀਂ ਕਰਨੇ ਆਉਂਦੇ। ਅਤੇ ਘਰ ਦੀ ਸਜਾਵਟ ਵਿੱਚ ਚਿੱਤਰਕਾਰੀ, ਮੂਰਤੀਕਾਰੀ, ਕੰਧਾਂ ਉੱਤੇ ਚਿੱਤਰ ਉਲੀਕਣੇ, ਘੜੇ ਦੇ ਉੱਪਰ ਕੁਝ ਬਣਾਉਣਾ, ਮੂਰਤੀਆਂ ਦਾ ਹਾਰ ਸ਼ਿੰਗਾਰ ਕਰਨਾ, ਹੈ ਨਾ, ਆਦਿ ਵੀ ਲੋਕ ਕਲਾਵਾਂ ਵਿੱਚ ਸ਼ਾਮਿਲ ਹੋ ਜਾਂਦਾ ਹੈ। ਅਤੇ ਚੁੱਲ੍ਹਾ ਹਾਰੇ ਆਦਿ ਬਣਾਉਣਾ ਵੀ ਫਿਰ ਉਹਨਾਂ ਨੂੰ ਇੱਕ ਸ਼ਿਲਪੀ ਵਾਂਗ ਹੀ ਰੰਗਾਂ ਨਾਲ ਸਜਾਉਣਾ ਅਤੇ ਇਹ ਲੋਕ ਕਲਾ ਦਾ ਪ੍ਰਮੁੱਖ ਹਿੱਸਾ ਬਣ ਜਾਂਦਾ ਹੈ। ਠੀਕ ਹੈ। ਇਸ ਤੋਂ ਅੱਗੇ ਕੋਮਲ ਕਲਾਵਾਂ ਘਰ ਦਾ ਸੋਝ ਅਤੇ ਸ਼ਿੰਗਾਰ ਹਨ। ਘਰ ਵਿੱਚ ਵਰਤੀਆਂ ਜਾਂਦੀਆਂ ਦਰੀਆਂ, ਚਾਦਰਾਂ, ਗਲੀਚੇ, ਫੁਲਕਾਰੀਆਂ,
ਲੱਕੜੀ ਨੂੰ ਘੜ ਕੇ ਬਣਾਈਆਂ ਹੋਈਆਂ ਹੋਰ ਵਸਤੂਆਂ, ਵੰਨ ਸੁਵੰਨੇ ਢੰਗ ਦੇ ਗਹਿਣੇ, ਮਿੱਟੀ ਜਾਂ ਧਾਤੂਆਂ ਨੂੰ ਢਾਲ ਕੇ ਬਣੀਆਂ ਚੀਜ਼ਾਂ ਤੇ ਬਰਤਨ ਸਭ ਕੋਮਲ ਕਲਾਵਾਂ ਦੇ ਵਿੱਚ ਆ ਜਾਂਦੇ ਆ। ਠੀਕ ਹੈ, ਤੇ ਕੋਮਲ ਕਲਾਵਾਂ ਸਾਨੂੰ ਪੰਜਾਬੀ ਕਿੱਸਾ ਕਾਵਿ ਵਿੱਚ ਮੱਧਕਾਲੀਨ ਸੱਭਿਆਚਾਰ ਦੀ ਵੀ ਜਾਣਕਾਰੀ ਵੀ ਦਿੰਦੀਆਂ ਹੈ। ਜਿਵੇਂ ਸਮਾਂ ਬੀਤਦਾ ਗਿਆ ਸਾਡੇ ਸੱਭਿਆਚਾਰ ਉੱਪਰ ਪ੍ਰਭਾਵ ਪੈਂਦਾ ਗਿਆ ਅਤੇ ਹੋਰਨਾਂ ਪ੍ਰਾਂਤਾਂ ਦੇ ਨਾਲ ਨਾਲ ਸਾਡਾ ਸਮਾਜ ਪੱਛਮੀ ਅਤੇ ਇਸਲਾਮੀ ਧਰਮ ਦਾ ਪ੍ਰਭਾਵ ਵਧੇਰੇ ਕਬੂਲਦਾ ਗਿਆ ਅਤੇ ਲੋਕ ਕਲਾ ਦੇ ਖੇਤਰ ਵਿੱਚ ਕਈ ਪ੍ਰਕਾਰ ਦੀਆਂ ਲੋਕ ਕਲਾਵਾਂ ਦੀ ਗਿਣਤੀ ਕੀਤੀ ਜਾਂਦੀ ਆ। ਪ੍ਰਮੁੱਖ ਲੋਕ ਕਲਾਵਾਂ ਇਸ ਪ੍ਰਕਾਰ ਆ, ਜਿਵੇਂ ਲੋਕ ਸੰਗੀਤ, ਲੋਕ ਨਾਟ, ਲੋਕ ਨਾਚ, ਚਿੱਤਰਕਲਾ, ਮੂਰਤੀ ਕਲਾ, ਫੁਲਕਾਰੀ, ਕੁੰਭਕਾਰੀ ਦੀ ਕਲਾ, ਲੋਕ ਗਹਿਣੇ, ਹੈ ਨਾ। ਔਰ ਕਲਾ ਦਾ ਖੇਤਰ ਦਾ ਇੰਨਾ ਵਿਸ਼ਾਲ ਆ, ਇਹਦੇ ਵਿੱਚ ਕੁਝ ਕੁ ਵਖਰੇਵੇਂ ਇਸ ਪ੍ਰਕਾਰ ਆ, ਜਿਵੇਂ ਲੋਕ ਸੰਗੀਤ, ਲੋਕ ਨਾਟ, ਲੋਕ ਨਾਚ, ਮੂਰਤੀਕਾਰੀ ਅਤੇ ਚਿੱਤਰਕਾਰੀ, ਪੰਜਾਬ ਦੀਆਂ ਲੋਕ ਕਲਾਕ੍ਰਿਤੀ ਜਿਵੇਂ ਫੁਲਕਾਰੀ ਅਤੇ ਕਸੀਦਾ। ਅੱਗੇ ਹੁੰਦਾ ਹੈ ਪੰਜਾਬ ਦਾ ਲੋਕ ਸੰਗੀਤ। ਲੋਕ ਸੰਗੀਤ ਅਜਿਹਾ ਲੋਕ ਕਲਾ ਦਾ ਤੱਤ ਹੈ ਜਿਸ ਨਾਲ ਲੋਕ ਕਾਵਿ ਅਧੂਰਾ ਹੈ, ਜਿਸ ਤੋਂ ਬਿਨਾਂ, ਹੈ ਨਾ। ਪੰਜਾਬ ਦੇ ਲੋਕ ਕਾਵਿ ਘੋੜੀਆਂ, ਸੁਹਾਗ, ਟੱਪੇ, ਮਾਹੀਏ, ਹੇਰਾ, ਸਿੱਠਣੀ, ਢੋਲਾ, ਬੋਲੀ ਆਦਿ ਸਾਰੇ ਇਹ ਸੰਗੀਤ ਦੀਆਂ ਧੁਨਾਂ ਨਾਲ ਹੀ ਸੰਪੂਰਨ ਹੁੰਦੇ ਆ। ਅਤੇ ਵਣਜਾਰਾ ਬੇਦੀ ਨੇ ਇਸ ਤਰ੍ਹਾਂ ਪਰਿਭਾਸ਼ਾ ਦਿੱਤੀ ਆ ਕਿ ਸੰਗੀਤ ਉਹ ਧੁਨੀ ਆ ਜੋ ਆਤਮਾ ਨੂੰ ਬ੍ਰਹਿਮੰਡ ਨਾਲ ਇਕਸੁਰ ਕਰ ਦਿੰਦੀ ਆ ਅਤੇ ਸੰਗੀਤ ਦੀਆਂ ਜਿੰਨੀਆਂ ਸਵਰ ਪ੍ਰਹਿਰੀਆਂ ਹੈ ਵਿੱਚੋਂ ਕੋਈ ਜਾਤੀ ਆਪਣੀ ਆਤਮਾ ਦੇ ਬੋਲ ਅਤੇ ਨੁਹਾਰ ਪਛਾਣਨ ਲੱਗਦੀ ਆ ਅਤੇ ਉਹ ਧੁਨਾਂ ਉਸ ਦਾ ਲੋਕ ਸੰਗੀਤ ਹੁੰਦੀਆਂ ਹੈ। ਲੋਕ ਸੰਗੀਤ ਜਾਤੀ ਦੇ ਚਰਿੱਤਰ ਨਾਲ ਇਕਸੁਰ ਹੋਇਆ ਹੁੰਦਾ ਹੈ। ਠੀਕ ਆ। ਲੋਕ ਸੰਗੀਤ ਜਿਹੜਾ ਇਹ ਸਾਜ਼ ਲੋਕ ਕਲਾਵਾਂ ਦੇ ਆਧਾਰ 'ਤੇ ਲੋਕ ਸਾਹਿਤ ਵਿੱਚ ਇਸ ਕਰਕੇ ਅਪਣਾਏ ਗਏ ਆ ਤਾਂ ਜੋ ਲੋਕ ਨਾਇਕਾਂ ਨੂੰ ਆਪਣੀ ਸੁਰ ਮਿਲਾਉਣ ਲਈ ਇਹਨਾਂ ਦੀ ਜ਼ਰੂਰਤ ਪੈਂਦੀ ਹੈ, ਜਿਨ੍ਹਾਂ ਵਿੱਚ ਮੌਜੂਦ ਹਨ। ਦੇਖਦੇ ਹਾਂ ਆਪਾਂ ਕਿਹੜੇ ਕਿਹੜੇ ਮੌਜੂਦ ਹੈ, ਜਿਨ੍ਹਾਂ ਵਿੱਚ ਢੋਲਕੀ, ਘੜਾ, ਅਲਗੋਜਾ, ਵੰਜਲੀ, ਢੱਡ ਸਾਰੰਗੀ, ਰਬਾਬ, ਡਫਲੀ, ਤਾਰਾਂ ਵਾਲੇ ਸਾਜ਼, ਹੈ ਨਾ, ਹਾਰਮੋਨੀਅਮ, ਡਮਰੂ, ਘੜਿਆਲ, ਬੀਨ, ਨਗਾਰਾ, ਕਾਟੋ। ਠੀਕ ਹੈ, ਇਸ ਤਰ੍ਹਾਂ ਦੇ ਲੋਕ ਸਾਜ਼ ਆ। ਔਰ ਜਿਹੜੀ ਢੋਲਕੀ ਆ, ਹੈ ਨਾ, ਵਿਆਹ ਸ਼ਾਦੀ ਦੇ ਘਰਾਂ ਵਿੱਚ, ਹੈ ਨਾ, ਇਹ ਵਜਾਈ ਜਾਂਦੀ ਆ ਖੁਸ਼ੀ ਦੇ ਮੌਕੇ 'ਤੇ। ਘੜਾ ਵੀ ਕੋਈ ਸਾਜ਼ ਨਾ ਹੁੰਦੇ ਹੋਏ ਫਿਰ ਵੀ ਸਾਜ਼ ਦੇ ਰੂਪ ਵਜੋਂ ਇੱਕ ਅਹਿਮ ਸਥਾਨ ਰੱਖਦਾ ਹੈ ਅਤੇ ਅਲਗੋਜੇ ਦੀ ਸਹਾਇਤਾ ਨਾਲ ਕਈ ਪ੍ਰਕਾਰ ਦੀਆਂ ਧੁਨੀਆਂ ਕੱਢੀਆਂ ਜਾਂਦੀਆਂ। ਬੰਸਰੀ ਸਾਡੇ ਸਮਾਜ ਵਿੱਚ ਪਰੰਪਰਾਗਤ ਲੋਕ ਸਾਜ਼ ਆ। ਢੱਡ, ਸਰੰਗੀ, ਰਬਾਬ ਦੀ ਵਰਤੋਂ ਆਧੁਨਿਕ ਸਮਾਜ ਵਿੱਚ ਕੀਤੀ ਜਾਂਦੀ ਹੈ। ਧਾਰਮਿਕ ਗਾਣ ਵਿੱਚ ਅੱਜ ਸਰੰਗੀ ਦੀ ਵਰਤੋਂ ਆਮ ਮਿਲਦੀ ਆ। ਹਾਰਮੋਨੀਅਮ ਵੀ ਧਾਰਮਿਕ ਅਤੇ ਸਮਾਜਿਕ ਸਮੂਹ ਗਾਣ ਅਤੇ ਥਾਵਾਂ ਦੇ ਲੋਕ ਸਾਜ਼ ਵਜੋਂ ਵਰਤਿਆ ਜਾਂਦਾ ਹੈ। ਘੜਿਆਲ, ਨਗਾਰਾ ਇਹ ਧਾਰਮਿਕ ਸਥਾਨਾਂ 'ਤੇ ਵਜਾਇਆ ਜਾਂਦਾ ਹੈ। ਡਮਰੂ ਆਮ ਕਰਕੇ ਤਮਾਸ਼ਾ ਕਰਨ ਵਾਲੇ ਵਜਾਉਂਦੇ ਆ ਅਤੇ ਬੀਨ ਨੂੰ ਆਮ ਕਰਕੇ ਸਪੇਰੇ ਵਜਾਉਂਦੇ ਆ। ਇਸ ਪ੍ਰਕਾਰ ਇਹ ਸਾਰੇ ਜਿਹੜੇ ਸਾਜ਼ ਆ ਪੰਜਾਬ ਦੀਆਂ ਲੋਕ ਕਲਾਵਾਂ ਦੇ ਪ੍ਰਮੁੱਖ ਹਿੱਸੇ ਆ ਅਤੇ ਇਹ ਲੋਕ ਸਾਜ਼ ਸਾਡੇ ਪੰਜਾਬੀ ਸੱਭਿਆਚਾਰ ਅਤੇ ਲੋਕ ਧਾਰਾ ਵਿੱਚ ਅਨਮੋਲ ਖਜ਼ਾਨਾ ਹੈ। ਪੰਜਾਬ ਦੇ ਲੋਕ ਨਾਟ। ਲੋਕ ਕਲਾਵਾਂ ਵਿੱਚੋਂ ਨਾਟਕ ਇੱਕ ਖਾਸ ਹਿੱਸਾ ਹੈ ਜਿਸ ਦਾ ਸੰਬੰਧ ਸੱਭਿਆਚਾਰਕ ਜੀਵਨ ਨਾਲ, ਲੋਕ ਸਾਹਿਤ ਨਾਲ, ਲੋਕ ਕਲਾ ਨਾਲ। ਲੋਕ ਨਾਟਕ ਦੀਆਂ ਪਰਿਭਾਸ਼ਾ ਅਤੇ ਵੱਖ-ਵੱਖ ਵਿਦਵਾਨਾਂ ਨੇ ਇਸ ਪ੍ਰਕਾਰ ਦਿੱਤਾ ਹੈ। ਕਰਨੈਲ ਸਿੰਘ ਥਿੰਦ ਅਨੁਸਾਰ ਦੇਖਦੇ ਹਾਂ। ਕਰਨੈਲ ਸਿੰਘ ਥਿੰਦ ਨੇ ਕਿਹਾ ਵੀ ਲੋਕ ਨਾਟਕ ਕੁਦਰਤ ਦੇ ਖੁੱਲ੍ਹੇ ਵਾਯੂਮੰਡਲ ਵਿੱਚ ਖੇਡਿਆ ਜਾਣ ਵਾਲਾ ਪਰੰਪਰਾ ਦੇ ਅੰਸ਼ਾਂ ਨਾਲ ਭਰਪੂਰ ਅਜਿਹਾ ਨਾਟਕ ਹੈ ਜਿਸ ਵਿੱਚ ਲੋਕ ਪ੍ਰਿਆ ਕਥਾਨਕ ਨੂੰ ਵੰਨ ਸੁਵੰਨੇ ਪਾਤਰਾਂ ਦੁਆਰਾ ਲੋਕ ਰੀਤਾਂ ਅਤੇ ਲੋਕ ਨਾਚਾਂ ਦੀ ਸਹਾਇਤਾ ਨਾਲ ਪੇਸ਼ ਕੀਤਾ ਗਿਆ ਹੋਵੇ। ਠੀਕ ਆ। ਅੱਗੇ ਬਲਬੀਰ ਸਿੰਘ ਪੁੰਨੀ ਨੇ ਵੀ ਇੱਕ ਪਰਿਭਾਸ਼ਾ ਦਿੱਤੀ ਆ। ਲੋਕ ਨਾਟਕ ਲੋਕ ਧਾਰਾ ਦਾ ਇੱਕ ਭਾਗ ਹੈ ਜਿਸ ਦਾ ਸੰਬੰਧ ਲੋਕ ਸਾਹਿਤ ਅਤੇ ਲੋਕ ਕਲਾ ਦੋਹਾਂ ਨਾਲ ਹੈ ਅਤੇ ਪੰਜਾਬੀ ਦੀ ਲੋਕ ਨਾਟ ਪਰੰਪਰਾ ਇੱਥੋਂ ਦੇ ਸੱਭਿਆਚਾਰ ਨਾਲੋਂ ਬਹੁਤ ਪੁਰਾਣੀ ਆ। ਪ੍ਰਸਿੱਧ ਜਿਹੜੀਆਂ ਲੋਕ ਨਾਟਕ ਦੀਆਂ ਜਿਹੜੀਆਂ ਸ਼ੈਲੀਆਂ ਹੈ ਕਿਹੜੀਆਂ ਹੈ, ਇਹ ਹੈਗੀਆਂ ਹੈ, ਇਹਨੂੰ ਜ਼ਿਆਦਾਤਰ
ਲੋਕ ਨਾਟਕਾਂ ਨੂੰ ਪਿੰਡ ਦੇ ਭੰਡ, ਨਕਲੀਏ, ਮਰਾਸੀ, ਰਾਸਧਾਰੀਏ ਹੈ ਨਾ ਆਪਣੇ ਲਹੂ ਪਸੀਨੇ ਨਾਲ ਪਾਲਦੇ ਰਹੇ ਅਤੇ ਇਹ ਜਿਹੜੀ ਆ ਸਦੀਆਂ ਤੱਕ ਇਸ ਪਰੰਪਰਾ ਨੂੰ ਬਰਕਰਾਰ ਰੱਖਿਆ ਉਹਨਾਂ ਨੇ। ਅੱਗੇ ਆਉਂਦਾ ਹੈ ਪੁਤਲੀਆਂ ਦਾ ਤਮਾਸ਼ਾ। ਇਹ ਵਾਲੇ ਕੁਐਸਚਨ ਇਸ ਤਰ੍ਹਾਂ ਨਾਲ ਆ ਜਾਂਦੇ ਹੁੰਦੇ ਆ ਵੀ ਤੁਹਾਨੂੰ ਇੱਕ ਦੇ ਦੇਣਗੇ ਵੀ ਕਿਸ ਤਰ੍ਹਾਂ ਇਹ ਵਾਲਾ ਨਾਟਕ ਕਿਹੜਾ ਹੈ ਹੈ ਨਾ ਵੀ ਇਸ ਤਰ੍ਹਾਂ ਦੀ ਉਹਦੀ ਪਰਿਭਾਸ਼ਾ ਦੇ ਦੇਣਗੇ, ਪੁੱਛਣਗੇ ਪੁਤਲੀਆਂ ਦਾ ਤਮਾਸ਼ਾ ਰਾਮਲੀਲਾ ਹੈ ਨਾ ਜਾਂ ਕਿਹੜੇ ਨਾਟਕ ਦੀ ਵਿਧਾ ਦੇ ਵਿੱਚ ਆਉਂਦਾ ਹੈ। ਪੰਜਾਬ ਦਾ ਇਹ ਲੋਕ ਨਾਟ ਪੁਰਾਤਨ ਸਮੇਂ ਤੋਂ ਪੰਜਾਬ ਦੀਆਂ ਗਲੀਆਂ ਮੁਹੱਲਿਆਂ ਅਤੇ ਪਿੰਡਾਂ ਦੀਆਂ ਸੱਥਾਂ ਵਿੱਚ ਆਪਣੀ ਹੋਂਦ ਸਥਾਪਿਤ ਕਰਦਾ ਰਿਹਾ। ਇਸ ਲੋਕ ਨਾਟ ਨੂੰ ਬੱਚੇ ਤੋਂ ਲੈ ਕੇ ਵਡੇਰੀ ਉਮਰ ਦੇ ਵਿਅਕਤੀ ਮਾਣਦੇ ਹਨ। ਆਧੁਨਿਕ ਸਮਾਜ ਵਿੱਚ ਪੁਤਲੀਆਂ ਦੇ ਤਮਾਸ਼ੇ ਦੀ ਮਹੱਤਤਾ ਕਾਫੀ ਹੱਦ ਤੱਕ ਘੱਟ ਗਈ ਹੈ। ਪੁਤਲੀਆਂ ਲੱਕੜ ਦੇ ਬਣੇ ਬੁੱਤ ਹੁੰਦੇ ਹਨ ਅਤੇ ਇਹਨਾਂ ਦੀ ਪੋਸ਼ਾਕ ਬੜੀ ਸੌਖ ਅਤੇ ਭੜਕੀਲੀ ਹੁੰਦੀ ਆ, ਪਰੰਤੂ ਉਹਨਾਂ ਦੀ ਪੋਸ਼ਾਕ ਉਹਨਾਂ ਦੀ ਸ਼ਖਸੀਅਤ ਅਨੁਸਾਰ ਤਿਆਰ ਕੀਤੀ ਹੁੰਦੀ ਹੈ। ਇਹਨਾਂ ਤਮਾਸ਼ਿਆਂ ਵਿੱਚ ਪ੍ਰਿਥਵੀ ਰਾਜ ਚੌਹਾਨ ਦੀ ਸੰਯੋਗਤਾ, ਹਰਨ ਦੀ ਕਥਾ, ਰਾਜਾ ਮਾਨ ਸਿੰਘ ਦੀ ਵੀਰਤਾ ਕਹਾਣੀਆਂ ਤਮਾਸ਼ਿਆਂ ਦੇ ਪ੍ਰਮੁੱਖ ਵਿਸ਼ੇ ਹੁੰਦੇ ਆ। ਅੱਗੇ ਆਉਂਦਾ ਹੈ ਰਾਮਲੀਲਾ। ਰਾਮਲੀਲਾ ਨਾ ਬਹੁਤੇ ਲੋਕਾਂ ਨੂੰ ਪਤਾ ਹੋਊਗਾ ਵੀ ਹੈ ਨਾ ਪੰਜਾਬ ਦੀ ਜਿਹੜੀ ਭਗਤੀ ਲਹਿਰ ਆ ਨੇ ਪੰਜਾਬ ਦੇ ਲੋਕਾਂ ਨੂੰ ਰਾਮਲੀਲਾ ਪ੍ਰਦਾਨ ਕੀਤੀ। ਇਹ ਲੋਕ ਨਾਟ ਜਿਹੜਾ ਪੰਜਾਬ ਦੇ ਜਨ ਜੀਵਨ ਵਿੱਚ ਇੱਕ ਵਿਸ਼ੇਸ਼ ਰੂਪ ਪ੍ਰਵਾਨ ਕਰ ਗਿਆ, ਪੰਜਾਬ ਦੇ ਜਨ ਜੀਵਨ ਵਿੱਚ ਪ੍ਰਬਲ ਰੂਪ ਵਿੱਚ ਪ੍ਰਵਾਨ ਹੋਇਆ। ਰਾਮਲੀਲਾ ਵਿੱਚ ਸਮਾਂਗ, ਨਕਲ ਸੰਗੀਤ, ਕੀਰਤਨ ਅਨੇਕਾਂ ਤੱਤ ਵੀ ਆਪਣੇ ਵਿੱਚ ਸੰਮਿਲਿਤ ਕਰਦੇ ਹੋਏ ਲੋਕ ਮਾਨਸਿਕਤਾ ਨੂੰ ਪ੍ਰਵਿੱਕਤ ਕਰਨਾ ਆਰੰਭ ਕੀਤਾ। ਇਸ ਨੂੰ ਵਿਸ਼ੇਸ਼ ਪ੍ਰਕਾਰ ਦੀ ਧਾਰਮਿਕ ਭਾਵਨਾ ਨਾਲ ਖੇਡਿਆ ਜਾਂਦਾ ਹੈ ਅਤੇ ਲੋਕ ਨਾਟ ਜਿਹੜਾ ਦੁਸਹਿਰੇ ਦੇ ਕਈ ਦਿਨ ਪਹਿਲਾਂ ਆਰੰਭ ਕਰ ਦਿੱਤਾ ਜਾਂਦਾ ਹੈ। ਅਤੇ ਇਸ ਲੋਕ ਨਾਟ ਦੀ ਵਿਸ਼ੇਸ਼ ਝਾਕੀਆਂ ਵਿੱਚ ਸੀਤਾ ਦਾ ਵਿਆਹ, ਰਾਮ ਬਨਵਾਸ, ਸਰੂਪਨਖਾ ਦਾ ਨੱਕ ਕੱਟਣਾ, ਸੀਤਾ ਹਰਨ, ਹਨੂੰਮਾਨ ਦਾ ਅਸ਼ੋਕ ਵਾਟਿਕਾ ਵਿੱਚ ਸੀਤਾ ਨੂੰ ਮਿਲਣਾ ਹੈ ਨਾ, ਰਾਮ ਅਤੇ ਰਾਵਣ ਦਾ ਯੁੱਧ, ਰਾਵਣ ਦਾ ਨਾਸ਼ ਅਤੇ ਰਾਮ ਦੀ ਜਿੱਤ ਇਹ ਪ੍ਰਮੁੱਖ ਘਟਨਾਵਾਂ ਹੁੰਦੀਆਂ ਹਨ। ਅੱਗੇ ਹੁੰਦਾ ਹੈ ਭੰਡਾਂ ਦਾ ਤਮਾਸ਼ਾ। ਕਿਸੇ ਨੇ ਦੇਖਿਆ ਹੋਊਗਾ ਪਰ ਹੁਣ ਯੂਥ ਫੈਸਟੀਵਲਸ ਵਿੱਚ ਹੁੰਦਾ ਇਹ। ਪੰਜਾਬ ਦੇ ਇਸ ਲੋਕ ਨਾਟ ਦੀ ਹੋਰ ਲੋਕ ਨਾਟ ਵਿੱਚ ਇੱਕ ਵਿਸ਼ੇਸ਼ ਅਤੇ ਵਿਲੱਖਣ ਥਾਂ ਹੈ। ਇਹ ਤਮਾਸ਼ੇ ਵਿੱਚ ਹਾਸਾ, ਠੱਠਾ ਅਤੇ ਮਸ਼ਕਰੀ ਹੁੰਦੀ ਆ। ਇਹ ਸਭ ਕੁਝ ਉਸ ਦੀ ਗੁੜਤੀ ਅਥਵਾ ਪਰੰਪਰਾ ਵਿੱਚੋਂ ਪ੍ਰਾਪਤ ਹੋਇਆ ਹੁੰਦਾ ਹੈ। ਇਹ ਤਮਾਸ਼ਾ ਆਮ ਵਿਆਹ ਅਤੇ ਜਾਂ ਕਿਸੇ ਬੱਚੇ ਦੇ ਜਨਮ ਦੀ ਖੁਸ਼ੀ 'ਤੇ ਹੁੰਦਾ ਹੈ। ਇਹ ਵਿਸ਼ੇਸ਼ ਪ੍ਰਕਾਰ ਦਾ ਹਲਕਾ ਫੁਲਕਾ ਵਾਤਾਵਰਨ ਸਿਰਜ ਰਿਹਾ ਹੁੰਦਾ ਹੈ। ਇਹਨਾਂ ਭੰਡਾਂ ਰਾਹੀਂ ਛੋਟੀਆਂ ਛੋਟੀਆਂ ਕਥਾਵਾਂ ਲੋਕਾਂ ਦੇ ਸਾਹਮਣੇ ਆਉਂਦੀਆਂ ਹੈ ਅਤੇ ਜਿਹੜੇ ਭੰਡ ਆ ਹੈ ਨਾ ਇਹ ਲੋਕ ਨਾਟ ਨੂੰ ਸਦੀਆਂ ਤੋਂ ਹੀ ਆਪਣੇ ਅਨੁਭਵ ਵਿੱਚ ਪਰੋ ਗਏ। ਇੱਥੋਂ ਦੇ ਲੋਕਾਂ ਨੇ ਇਸ ਨੂੰ ਜੀਵਿਤ ਰੱਖਿਆ। ਅੱਗੇ ਆਉਂਦੇ ਆ ਸਾਂਗ ਨਾਟਕ। ਸਾਂਗ ਨਾਟਕ ਵਿੱਚ ਇੱਕ ਵਿਸ਼ੇਸ਼ ਕਰਕੇ ਆਪਣੇ ਵਿਅਕਤੀਤਵ ਨੂੰ ਖਾਸ ਕਰਕੇ ਕਿਸੇ ਦੂਜੇ ਵਿਅਕਤੀ ਦੇ ਸਰੂਪ ਜਾਂ ਹੋਂਦ ਨੂੰ ਅਨੁਭਵ ਕਰਕੇ ਸਾਂਗ ਸ਼ਬਦ ਪ੍ਰਸਤੁਤ ਹੋਇਆ। ਜਿਵੇਂ ਆਪਾਂ ਕਹਿੰਦੇ ਨਕਲ ਹੈ ਨਾ, ਕਿਸੇ ਦੂਜੇ ਵਿਅਕਤੀ ਦਾ ਰੂਪ ਧਾਰਨ ਕਰਨ ਦੀ ਪ੍ਰਕਿਰਿਆ ਨੂੰ ਲੋਕ ਸਾਹਿਤ ਵਿੱਚ ਸਾਂਗ ਕਹਿੰਦੇ ਆ। ਇਸ ਲੋਕ ਨਾਟ ਨੂੰ ਅੱਗੋਂ ਦੋ ਭਾਗਾਂ ਵਿੱਚ ਵੰਡਿਆ ਗਿਆ, ਸਵਾਂਗ ਤੇ ਨੌਟੰਕੀ। ਬੈਕਗਰਾਊਂਡ ਦੇ ਵਿੱਚ ਨਾ ਬਹੁਤ ਸੋਹਣੇ ਪੰਛੀ ਤੇ ਕੋਇਲਾਂ ਬੋਲ ਰਹੀਆਂ, ਤਾਂ ਮੈਨੂੰ ਕਮੈਂਟ ਦੇ ਵਿੱਚ ਦੱਸ ਦਿਓ ਵੀ ਤੁਹਾਨੂੰ ਇਹ ਚੀਜ਼ ਬੁਰੀ ਤਾਂ ਨਹੀਂ ਲੱਗਦੀ। ਫਿਰ ਆਪਾਂ ਲੋਕੇਸ਼ਨ ਮੈਂ ਚੇਂਜ ਕਰ ਲੂੰਗੀ ਆਪਦੇ, ਵੀ ਜਿੱਥੋਂ ਇਹ ਵਾਲੀ ਨੋਇਜ਼ ਨਾ ਆਵੇ ਬੈਕਗਰਾਊਂਡ ਦੇ ਵਿੱਚ, ਤਾਂ ਮੈਨੂੰ ਦੱਸ ਦਿਓ ਹੈ ਨਾ। ਸਵਾਂਗ ਜਿਹੜਾ ਇੱਕ ਤਰ੍ਹਾਂ ਦਾ ਗੀਤ ਨਾਟ ਆ। ਇੱਕ ਤਾਂ ਹੁੰਦਾ ਸਵਾਂਗ ਔਰ ਇੱਕ ਹੁੰਦਾ ਨੌਟੰਕੀ। ਸਵਾਂਗ ਜਿਹੜਾ ਇੱਕ ਤਰ੍ਹਾਂ ਦਾ ਗੀਤ ਨਾਟ ਆ ਜਿਹੜਾ ਪਿੰਡ ਦੀਆਂ ਸੱਥਾਂ ਵਿੱਚ ਖੁੱਲ੍ਹੇ ਮੈਦਾਨਾਂ 'ਤੇ ਮਨੋਰੰਜਨ ਦੀ ਬਿਰਤੀ ਨੂੰ ਮੁੱਖ ਰੱਖ ਕੇ ਖੇਡਿਆ ਜਾਂਦਾ ਹੈ। ਇਸ ਵਿੱਚ ਵਾਰਤਾਲਾਪ ਦੇ ਨਾਲ ਨਾਲ ਧੁਨਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਪੂਰਨਨਾਥ ਜੋਗੀ, ਗੋਪੀ ਚੰਦ, ਹਕੀਕਤ ਰਾਏ ਆਦਿਆਂ ਵਾਰਾਂ ਵਿੱਚ ਸਵਾਂਗ ਵਧੇਰੇ ਪ੍ਰਸਿੱਧ, ਜਿਨ੍ਹਾਂ ਨੂੰ ਢਾਡੀ ਲੋਕ ਸਰੰਗ ਦੀ ਮਦਦ ਨਾਲ ਲੋਕਾਂ ਸਾਹਮਣੇ ਪੇਸ਼ ਕਰਦੇ ਆ। ਠੀਕ ਹੈ। ਅੱਗੇ ਆਉਂਦਾ ਹੈ ਨੌਟੰਕੀ।
ਸਵਾਂਗ ਦਾ ਇੱਕ ਵਿਸ਼ੇਸ਼ ਰੂਪ ਨਟੰਕੀ ਆ। ਨਟੰਕੀ ਦੀ ਕਥਾ ਬੜੀ ਅਜੀਬ ਤੇ ਰੌਚਕ ਹੈ। ਇਹ ਨਾਟਕੀ ਘਟਨਾਵਾਂ ਨਾਲ ਭਰਪੂਰ ਹੈ ਤੇ ਇਸ ਕਥਾ ਉੱਤੇ ਆਧਾਰਿਤ ਸਵਾਂਗ ਇੰਨੀ ਸਫਲਤਾ ਤੇ ਪ੍ਰਸਿੱਧੀ ਪਾ ਗਿਆ ਕਿ ਪਿੱਛੋਂ ਲੋਕ ਸਾਹਿਤ ਵਿੱਚ ਜਿੰਨੇ ਵੀ ਸਵਾਂਗ ਰਚੇ ਜਾਂ ਖੇਡੇ ਗਏ ਉਹਨਾਂ ਨੂੰ ਨਟੰਕੀ ਆਖਿਆ ਗਿਆ। ਠੀਕ ਹੈ, ਹੁਣ ਇਹ ਚੀਜ਼ ਤੁਸੀਂ ਧਿਆਨ 'ਚ ਰੱਖਣੀ ਆ ਵੀ ਨਟੰਕੀ ਕਿਹੜੀ ਆ ਔਰ ਸਵਾਂਗ ਕਿਹੜਾ ਹੈ। ਠੀਕ ਆ। ਇਸ ਨਾਟਕ ਦਾ ਸੰਬੰਧ ਕਿਸੇ ਸ਼ਹਿਜ਼ਾਦੀ ਨਾਲ ਹੁੰਦਾ ਹੈ। ਪਾਤਰਾਂ ਦੇ ਵਾਰਤਾਲਾਪ, ਸੁੰਦਰ ਸੰਗੀਤ, ਧੁਨਾਂ 'ਤੇ ਗਾਏ ਜਾਂਦੇ ਹਨ। ਇਸ ਵਿੱਚ ਦੋ ਪਾਤਰ ਰੰਗਾ ਤੇ ਬਿਗਲਾ ਹੁੰਦੇ ਆ ਤੇ ਬਿਗਲਾ ਬਿਨ ਬੁਲਾਇਆ ਪਾਤਰ ਹੈ ਜੋ ਹਾਸ ਰਾਸ ਦਾ ਮਾਸਟਰ ਹੁੰਦਾ ਹੈ ਤੇ ਰੰਗਾ ਨਾਟਕ ਦਾ ਡਾਇਰੈਕਟਰ ਹੁੰਦਾ ਹੈ। ਠੀਕ ਹੈ, ਇੱਥੋਂ ਇਸ ਤਰ੍ਹਾਂ ਦਾ ਕੁਐਸਚਨ ਆ ਸਕਦਾ ਹੈ ਕਿ ਰੰਗਾ ਤੇ ਬਿਗਲਾ ਕਿਸ ਤਰ੍ਹਾਂ ਦੇ ਨਾਟਕ ਦੇ ਵਿੱਚ ਹੁੰਦੇ ਆ। ਇਹ ਨਟੰਕੀ ਦੇ ਵਿੱਚ ਹੁੰਦੇ ਆ। ਠੀਕ ਆ, ਇਸ ਤਰ੍ਹਾਂ ਦਾ ਕੁਐਸਚਨ ਆਉਂਦਾ ਹੁੰਦਾ। ਨਕਲਾਂ ਪੰਜਾਬੀ ਲੋਕ ਨਾਟ ਸ਼ੈਲੀ ਵਿੱਚ ਨਕਲਾਂ ਦਾ ਆਪਣਾ ਵਿਲੱਖਣ ਸਥਾਨ ਹੈ। ਇਹ ਇੱਕ ਵਿਸ਼ੇਸ਼ ਪ੍ਰਕਾਰ ਦੀ ਪ੍ਰਭਾਵਸ਼ਾਲੀ ਕਲਾ ਹੈ। ਇਸ ਨੂੰ ਪੇਸ਼ ਕਰਦੇ ਸਮੇਂ ਹਾਸ ਨਾਟਕੀ ਅੰਸ਼ਾਂ ਰਾਹੀਂ ਪ੍ਰਗਟਾਇਆ ਜਾਂਦਾ ਹੈ। ਨਕਲਾਂ ਕਰਨ ਵਾਲੇ ਆਮ ਕਰਕੇ ਭਾਰਤੀ ਪੰਜਾਬ ਵਿੱਚ ਸਨ ਤੇ ਇਹਨਾਂ ਦੇ ਅੱਡਿਆਂ ਨੂੰ ਅਖਾੜੇ ਕਿਹਾ ਜਾਂਦਾ ਹੈ। ਇਹਨਾਂ ਦੀਆਂ ਮੰਡਲੀਆਂ ਵਿੱਚ ਸਜਿੰਦੇ, ਮਸਕਰੇ, ਗਵਈਏ ਸ਼ਾਮਿਲ ਹੁੰਦੇ ਆ ਤੇ ਇਹਨਾਂ ਦੇ ਮੁਖੀ ਨੂੰ ਉਸਤਾਦ ਕਿਹਾ ਜਾਂਦਾ ਹੈ। ਇਹਨਾਂ ਵਿੱਚ ਆਮ ਕਰਕੇ ਸੋਹਣੀ ਮਹੀਵਾਲ, ਦੁੱਲਾ ਭੱਟੀ, ਗੋਪੀ ਚੰਦ ਆਦਿ ਦੀਆਂ ਕੁਝ ਕਥਾਵਾਂ ਟੋਟੇ ਨਕਲਾਂ ਦੇ ਰੂਪ ਵਿੱਚ ਪੇਸ਼ ਕੀਤੇ ਜਾਂਦੇ ਆ ਤੇ ਨਕਲਾਂ ਨੂੰ ਦੋ ਤਰ੍ਹਾਂ ਨਾਲ ਵੰਡਿਆ ਗਿਆ ਹੈ, ਟਿੱਚਰ ਤੇ ਪਟੜੀ। ਠੀਕ ਹੈ, ਅੱਛਾ, ਇਸ ਤੋਂ ਬਾਅਦ ਆਉਂਦਾ ਹੈ ਗਿੱਧਾ ਨਾਟਕ। ਇਹ ਆ ਗਿਆ 6ਵੇਂ ਨੰਬਰ 'ਤੇ ਗਿੱਧਾ ਨਾਟਕ। ਗਿੱਧਾ ਕੇਵਲ ਪੰਜਾਬ ਦਾ ਲੋਕ ਨਾਚ ਨਹੀਂ, ਕਈ ਲੋਕ ਇਸ ਨੂੰ ਗਿੱਧਾ ਨਾਟਕ ਕਹਿੰਦੇ ਆ। ਇਸ ਦਾ ਕਾਰਨ ਇਹ ਹੈ ਕਿ ਇਸ ਵਿੱਚ ਔਰਤਾਂ ਗਿੱਧਾ ਪਾਉਂਦੀਆਂ ਏ ਅਤੇ ਅਭਿਨੈ ਵੀ ਕਰਦੀਆਂ ਏ। ਗਿੱਧੇ ਵਿਚਲੇ ਇਸ ਅਭਿਨੈ ਨੂੰ ਦੇਖ ਕੇ ਗਿੱਧਾ ਨਾਟਕ ਕਿਹਾ ਜਾਂਦਾ ਹੈ। ਸਾਂਗ ਬਣੀਆਂ ਹੋਈਆਂ ਦੋ ਔਰਤਾਂ ਜਦੋਂ ਗੀਤ ਦੇ ਅਨੁਭਵ ਰਾਹੀਂ ਦੂਜੀ ਨੂੰ ਸਵਾਲ ਕਰਦੀਆਂ ਏ। ਝਾਕੀ ਦੀ ਸਮਾਪਤੀ ਨਾਟ ਬੋਲਾਂ ਨਾਲ ਕੀਤੀ ਜਾਂਦੀ ਤਦ ਗਿੱਧਾ ਨਾਟਕ ਅਖਵਾਉਂਦਾ ਹੈ। ਜਿਵੇਂ ਕੁੜੀਆਂ ਸਿਰ ਦੇ ਉੱਤੇ ਇੱਕ ਕੁੜੀ ਸਾਫਾ ਬੰਨ੍ਹ ਕੇ ਮੁੰਡੇ ਦਾ ਐਕਟ ਕਰਦੀ ਆ ਅਤੇ ਦੂਸਰੀ ਉਹਦੇ ਘਰ ਵਾਲੀ ਬਣਨ ਦਾ ਐਕਟ ਕਰਦੀ ਆ, ਤਾਂ ਉਹਨਾਂ ਦੇ ਵਿੱਚ ਜਿਹੜਾ ਸਵਾਲ ਜਵਾਬ ਹੁੰਦਾ ਹੈ ਤਾਂ ਉਹ ਨਾਟਕੀ ਅੰਦਾਜ਼ ਨਾਲ ਨਾਟਕ ਨੂੰ ਸਿਰਜਦਾ ਹੈ, ਤਾਂ ਉਹਨੂੰ ਇਹ ਗਿੱਧਾ ਨਾਟਕ ਕਿਹਾ ਜਾਂਦਾ ਹੈ। ਠੀਕ ਹੈ, ਪੰਜਾਬ ਦੇ ਲੋਕ ਨਾਚ। ਲੋਕ ਕਲਾਵਾਂ ਵਿੱਚੋਂ ਪੰਜਾਬ ਦੇ ਲੋਕ ਨਾਚ ਇੱਕ ਅਦਭੁਤ ਕਲਾ ਹੈ। ਪੰਜਾਬ ਦੇ ਲੋਕ ਨਾਚ ਬਹੁਤ ਹੀ ਹਰਮਨ ਪਿਆਰੀ ਕਲਾ ਹੈ। ਮਨੁੱਖ ਦਾ ਸੰਬੰਧ ਲੋਕ ਨਾਚ ਦੇ ਨਾਲ ਅਜੋਕਾ ਨਹੀਂ ਸਗੋਂ ਢੇਰ ਚਿਰ ਪੁਰਾਣਾ ਹੈ ਅਤੇ ਮਨੁੱਖ ਦੇ ਮਨ ਦੇ ਸਾਰੇ ਭਾਵ, ਹਾਵ ਭਾਵ, ਅਹਿਸਾਸ, ਖੁਸ਼ੀਆਂ ਲੋਕ ਨਾਚ ਦੇ ਰੂਪ ਵਿੱਚ ਪ੍ਰਗਟ ਕੀਤੀਆਂ ਜਾਂਦੀਆਂ। ਜਦੋਂ ਇਨਸਾਨ ਮਨ ਤੋਂ ਖੁਸ਼ ਹੋ ਕੇ ਕਿਸੇ ਤਾਲ ਦੇ ਅਧੀਨ ਨੱਚਣ ਲੱਗ ਪੈਂਦਾ ਅਤੇ ਮਾਨਸਿਕ ਅਵਸਥਾ ਤੋਂ ਉਪਜਿਆ ਲੋਕ ਨਾਚ ਅਖਵਾਉਂਦਾ ਹੈ। ਬੰਜਾਰਾ ਬੇਦੀ ਨੇ ਲੋਕ ਨਾਚ ਬਾਰੇ ਕਿਹਾ ਹੈ ਕਿ ਲੋਕ ਨਾਚ ਸਮੁੱਚੀ ਜਾਤੀ ਦੇ ਚਰਿੱਤਰ, ਸਮੂਹਿਕ ਜਜ਼ਬਿਆਂ ਦੇ ਅੰਗਾਂ ਦੇ ਤਾਲਬੱਧ, ਲਹਿਰਾਓ ਅਤੇ ਸਮੁੱਚੀ ਮਨੁੱਖੀ ਜਾਤੀ ਦੇ ਹਾਵਾਂ ਭਾਵਾਂ ਦਾ ਪ੍ਰਗਟਾਓ ਹੈ। ਠੀਕ ਹੈ, ਹਰ ਖੁਸ਼ੀ ਦੇ ਮੌਕੇ 'ਤੇ ਨੱਚਣਾ ਸ਼ੁਰੂ ਕਰ ਦਿੰਦੇ ਆ, ਹੈ ਨਾ। ਜਿਵੇਂ ਲੋਕ ਜਿਹੜੇ ਆ ਹਰ ਖੁਸ਼ੀ ਦੇ ਮੌਕੇ ਨੱਚਣਾ ਸ਼ੁਰੂ ਕਰ ਦਿੰਦੇ ਆ। ਪੰਜਾਬੀ ਦੇ ਖੁੱਲ੍ਹੇ ਸੁਭਾਅ ਦੇ ਕਾਰਨ ਇਹ ਲੋਕ ਵਿਆਹ, ਤਿੱਥਾਂ, ਤਿਉਹਾਰਾਂ, ਮੇਲਿਆਂ ਆਦਿ ਹਰ ਖੁਸ਼ੀ ਦੇ ਮੌਕੇ 'ਤੇ ਲੋਕ ਨਾਚ ਕਰਦੇ ਆ। ਜਦੋਂ ਅਸੀਂ ਪੰਜਾਬ ਦੇ ਲੋਕ ਨਾਚਾਂ ਬਾਰੇ ਵਿਚਾਰ ਕਰਦੇ ਹਾਂ ਤਾਂ ਸਾਨੂੰ ਮੁੱਖ ਰੂਪ ਵਿੱਚ ਭੰਗੜਾ, ਗਿੱਧਾ, ਲੁੱਡੀ, ਝੂਮਰ, ਸੰਮੀ, ਕਿੱਕਲੀ ਆਦਿ ਦਾ ਵਰਣਨ ਜ਼ਰੂਰੀ ਲੱਗਦਾ ਹੈ। ਅੱਗੇ ਆਉਂਦਾ ਹੈ ਗਿੱਧਾ। ਗਿੱਧਾ ਮੁਟਿਆਰਾਂ ਦਾ ਲੋਕ ਨਾਚ ਹੈ। ਇਹ ਪੰਜਾਬ ਦਾ ਲੋਕਪ੍ਰਿਯ ਨਾਚ ਹੋਣ ਦਾ ਮਾਣ ਪ੍ਰਾਪਤ ਕਰ ਚੁੱਕਾ ਹੈ। ਇਹ ਨਾਚ ਬੱਚੇ ਦੇ ਜਨਮ, ਵਿਆਹ ਦੇ ਸਮੇਂ ਤੇ ਹੋਰ ਤਿੱਥਾਂ, ਤਿਉਹਾਰਾਂ ਆਦਿ ਅਨੇਕਾਂ ਖੁਸ਼ੀਆਂ ਦੇ ਮੌਕੇ 'ਤੇ ਪਾਇਆ ਜਾਂਦਾ ਹੈ। ਗਿੱਧਾ ਇੱਕ ਅਜਿਹਾ ਲੋਕ ਨਾਚ ਹੈ ਜੋ ਪੁਰਾਤਨ ਸਮੇਂ ਤੋਂ ਸਮਾਜ ਦੇ ਚਾਰੇ ਪਾਸੇ ਫੈਲਿਆ ਅਤੇ ਸੰਬੰਧ ਦਾ ਪ੍ਰਗਟ ਕਰਨ ਦਾ ਕੇਂਦਰ ਬਿੰਦੂ ਆ। ਗਿੱਧੇ ਵਿੱਚ ਪੈਂਦੀਆਂ ਬੋਲੀਆਂ ਆਮ ਕਰਕੇ ਦਿਓਰ, ਭਰਜਾਈ, ਸੱਸ ਨੂੰ, ਜੇਠ, ਜਠਾਣੀ, ਨਨਾਣ ਆਦਿ ਰਿਸ਼ਤਿਆਂ ਤਿੱਖਾ ਵਿਅੰਗ ਕੱਸ ਕੇ ਜ਼ਿੰਦਗੀ ਦੀ
ਹਕੀਕਤ ਨੂੰ ਪੇਸ਼ ਕਰਦੀ ਹੈ। ਠੀਕ ਹੈ। ਇਹ ਬੋਲੀਆਂ ਜਿਹੜੀਆਂ ਵਿੱਚ ਦਿੱਤੀਆਂ ਗਈਆਂ ਗਿੱਧੇ ਦੇ ਵਿੱਚ ਪਾਉਣ ਵਾਲੀਆਂ। ਇਸ ਤੋਂ ਅੱਗੇ ਆਉਂਦਾ ਹੈ ਭੰਗੜਾ। ਭੰਗੜਾ ਮੂਲ ਰੂਪ ਵਿੱਚ ਕਿਰਸਾਨੀ ਜੀਵਨ ਭੰਗੜਾ ਮੂਲ ਰੂਪ ਕਿਰਸਾਨੀ ਜੀਵਨ ਨਾਲ ਸਰੋਕਾਰ ਰੱਖਣ ਵਾਲਾ ਲੋਕ ਨਾਚ ਹੈ। ਇਹ ਪਹਿਲ ਕਦੋਂ ਸ਼ੁਰੂ ਹੋਇਆ ਕਾਲਬੱਧ ਕਰਨਾ ਰਤਾ ਮੁਸ਼ਕਿਲ ਜਾਪਦਾ ਹੈ। ਭੰਗੜਾ ਪੰਜਾਬ ਦੇ ਨੌਜਵਾਨਾਂ ਦਾ ਪ੍ਰਮੁੱਖ ਨਾਚ ਹੈ। ਤਿੱਥਾਂ ਤਿਉਹਾਰਾਂ ਤੇ ਮੇਲਿਆਂ ਉੱਤੇ ਜਾ ਕੇ ਕਿਸੇ ਕਿਸਮ ਦੀ ਖੁਸ਼ੀ ਦੇ ਮੌਕੇ ਤੇ ਬੱਚੇ, ਨੌਜਵਾਨ ਤੇ ਬਜ਼ੁਰਗ ਸਭ ਇਕੱਤਰਿਤ ਹੋ ਕੇ ਖੁਸ਼ੀ ਵਿੱਚ ਝੂਮਦੇ ਹੋਏ ਭੰਗੜੇ ਪਾਉਂਦੇ ਆ ਤੇ ਪੰਜਾਬੀ ਕੌਮ ਦਾ ਕੌਮੀ ਨਾਚ ਹੈ। ਇਹ ਨਾਚ ਪੰਜਾਬੀਆਂ ਦੇ ਸੁਭਾਅ, ਜੋਸ਼, ਸਾਹਸ, ਵੀਰਤਾ, ਅਲਬੇਲੇਪਨ ਦੀ ਸਹੀ ਤਸਵੀਰ ਪੇਸ਼ ਕਰਦਾ ਹੈ। ਭੰਗੜੇ ਦਾ ਜਨਮ ਸਥਾਨ ਪੱਛਮੀ ਪੰਜਾਬ, ਜ਼ਿਲ੍ਹਾ ਸਿਆਲਕੋਟ ਮੰਨਿਆ ਗਿਆ ਹੈ। ਭੰਗੜੇ ਵਿੱਚ ਇੱਕ ਬੀਰਸੀ ਕੁੱਕਰ ਵੀ ਮੌਜੂਦ ਹੁੰਦੀ ਹੈ ਜੋ ਕਿ ਭੰਗੜੇ ਵਿੱਚ ਜੋਸ਼ ਕਰਦੀ ਹੈ। ਲੋਕ ਨਾਚ ਕਿਰਸਾਨੀ ਜੀਵਨ ਨਾਲ ਸੰਬੰਧਿਤ ਹੋਣ ਕਰਕੇ ਫਸਲਾਂ ਦੀ ਕਾਰਨ ਜਦੋਂ ਉਹਨਾਂ ਦੀਆਂ ਫਸਲਾਂ ਪੱਕ ਜਾਂਦੀਆਂ ਹੈ, ਫਿਰ ਵਢਾਈ ਹੁੰਦੀ ਆ, ਉਹ ਭੰਗੜਾ ਪਾਉਂਦੇ ਆ। ਭੰਗੜਾ ਲੋਕ ਨਾਚ ਵਿਆਹ ਸ਼ਾਦੀਆਂ ਤੇ ਮੇਲਿਆਂ 'ਚ ਆਮ ਪ੍ਰਚਲਿਤ ਹੈ। ਅਜਿਹੇ ਮੌਕੇ 'ਤੇ ਢੋਲ ਦੀ ਤਾਲ ਤੇ ਦਰਸ਼ਕ ਵੀ ਝੂਮ ਉੱਠਦੇ ਆ ਤੇ ਨਾਚ ਵਿੱਚ ਸ਼ਾਮਲ ਹੋ ਜਾਂਦੇ ਆ। ਭੰਗੜੀਆਂ ਬੋਲੀਆਂ ਦਿੱਤੀਆਂ ਹੋਈਆਂ ਹੈ। ਠੀਕ ਹੈ। ਅੱਛਾ, ਇਹਦੇ ਵਿੱਚ ਕਿਹੜੇ ਪਹਿਲਾਂ ਤਾਂ ਜ਼ਿਲ੍ਹੇ ਵੇਖ ਲਈਏ। ਭੰਗੜਾ ਅਖੰਡ ਪੰਜਾਬ ਦੇ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਸਿਆਲਕੋਟ ਆਦਿ ਜ਼ਿਲ੍ਹਿਆਂ ਵਿੱਚ ਪ੍ਰਚਲਿਤ ਰਿਹਾ। ਸਿਆਲ ਦੀ ਰੁੱਤੇ ਚਾਨਣੀਆਂ ਰਾਤਾਂ ਵਿੱਚ ਲੋਕ ਖੇਤੀ ਦੇ ਰੁਝੇਵਿਆਂ ਤੋਂ ਵਿਹਲੇ ਹੋ ਕੇ ਭੰਗੜਾ ਪਾਉਂਦੇ ਸੀ। ਠੀਕ ਹੈ। ਔਰ ਭੰਗੜੇ ਵਿੱਚ ਢੋਲ ਤੋਂ ਇਲਾਵਾ ਅਲਗੋਜਾ, ਤੂੰਬੀ, ਚਿਮਟਾ, ਸਰੰਗ, ਖੁੰਡੇ ਸੱਪ ਆਦਿ ਦੀ ਵਰਤੋਂ ਕੀਤੀ ਜਾਂਦੀ ਸੀ ਤੇ ਇਹਨਾਂ ਵਿੱਚ ਆਮ ਤੌਰ ਢੋਲ ਦੀ ਤਾਲ ਤੇ ਲੋਕ ਝੂਮਦੇ ਤੇ ਨੱਚਦੇ ਹਨ। ਔਰ ਪੋਸ਼ਾਕ ਇਹਦੀ ਸੀਗੀ ਚਾਦਰਾ, ਕਲੀਆਂ ਵਾਲਾ ਕੁੜਤਾ, ਬਾਸਕਟ, ਕਮਰ ਕੱਸਾ, ਪਗੜੀ, ਤਿੱਲੇ ਵਾਲੀ ਜੁੱਤੀ ਸ਼ਾਮਿਲ ਆ। ਠੀਕ ਹੈ। ਅੱਗੇ ਆਉਂਦਾ ਹੈ ਝੂਮਰ ਪੱਛਮੀ ਪੰਜਾਬ ਦੇ ਸੰਦਲਬਾਰ ਦੇ ਇਲਾਕੇ ਦੇ ਮਰਦਾਂ ਦਾ ਲੋਕ ਨਾਚ ਆ। ਇਸ ਵਿੱਚ ਸ਼ੇਖੂਪੁਰਾ, ਲਾਇਲਪੁਰ, ਮਿੰਟਗੁਮਰੀ ਔਰ ਝੰਗ ਦੇ ਆਸ-ਪਾਸ ਦੇ ਇਲਾਕੇ ਸ਼ਾਮਿਲ ਹੁੰਦੇ ਆ। ਇਸ ਇਲਾਕੇ ਦੇ ਲੋਕਾਂ ਦਾ ਇੱਕ ਸੱਭਿਆਚਾਰਕ ਨਾਚ ਹੈ ਇਹ। ਜਾਂਗਲੀ ਲੋਕ ਖੁਸ਼ੀ ਵਿੱਚ ਆ ਕੇ ਝੂਮਰ ਨਾਚ ਨੱਚਦੇ ਆ ਤੇ ਇਸ ਦੀਆਂ ਹਰਕਤਾਂ ਭੰਗੜੇ ਵਾਲੀਆਂ ਨਹੀਂ ਹੁੰਦੀਆਂ। ਇਹ ਆਪਣਾ ਆਪ ਨਚਾਉਣ ਦੇ ਨਾਲ ਊਠਾਂ ਤੇ ਘੋੜਿਆਂ ਤੇ ਬੈਠ ਕੇ ਉਹਨਾਂ ਨੂੰ ਵੀ ਨਚਾਉਂਦੇ ਆ। ਠੀਕ ਹੈ। ਔਰ ਜੋਗਿੰਦਰ ਸਿੰਘ ਦੀ ਸਟੇਟਮੈਂਟ ਹੈ, ਇਹ ਵਾਲੀ ਵੀ ਤੁਸੀਂ ਪੜ੍ਹ ਲਿਓ ਜੀ। ਆਪਾਂ ਪੜ੍ਹਦੇ ਹਾਂ ਜੋਗਿੰਦਰ ਸਿੰਘ ਵਾਲੀ ਵੀ। ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਝੂਮਰ ਜਿਹੜਾ ਇਹ ਲੋਕ ਨਾਚ ਦੀ ਉਤਪਤੀ ਆਦਿਵਾਸੀਆਂ ਦੀ ਖੁਸ਼ੀ ਵਿੱਚੋਂ ਪੈਦਾ ਹੋਈ ਹੈ, ਜਿਹੜੇ ਕਿ ਪੰਧ ਪਾਈਆਂ, ਡਾਚੀਆਂ ਦੇ ਸਰੀਰਕ ਹੁਲਾਰੇ, ਉਹਨਾਂ ਦੇ ਗਲ ਵਿੱਚ ਪਈਆਂ ਟੱਲੀਆਂ ਦੀ ਟੁਨਕਾਰ ਦੀ ਇਕਸੁਰਤਾ ਦਾ ਸਿੱਟਾ ਹੈ। ਇਸ ਨਾਚ ਨੂੰ ਕਈ ਲੋਕ ਬਲੋਚਾਂ ਦਾ ਨਾਚ ਵੀ ਆਖਦੇ ਆ ਤੇ ਇਸ ਨਾਚ ਦਾ ਜਨਮ ਸਥਾਨ ਰਾਜਸਥਾਨ ਨੂੰ ਮੰਨਿਆ ਹੋਇਆ। ਔਰ ਝੂਮਰ ਲਈ ਢੋਲ ਦਾ ਸਾਜ਼ ਜ਼ਰੂਰੀ ਹੈ, ਖਾਸ ਕਰਕੇ ਵਿਆਹ ਸਮੇਂ ਜਦੋਂ ਗੱਭਰੂਆਂ ਦਾ ਜੀ ਚਾਹੇ ਉਹ ਭਰਾਈ ਨੂੰ ਸਦਮਦੇ ਆ ਤੇ ਆ ਕੇ ਝੁੰਗੀਆਂ ਦੇ ਵਿਚਾਲੇ ਜਾਂ ਉਸ ਦੇ ਪਾਸੇ ਉੱਤੇ ਇੱਕ ਪਿੜ ਮੱਲ ਖਲੋਂਦਾ ਹੈ। ਠੀਕ ਹੈ। ਇਸ ਤਰ੍ਹਾਂ ਇਹ ਸਾਰਾ ਇਹਦਾ ਦਿੱਤਾ ਹੋਇਆ। ਅੱਗੇ ਹੁੰਦਾ ਸੰਮੀ ਮਟਿਆਰਾਂ ਦਾ ਲੋਕ ਨਾਚ ਆ। ਇਹ ਵਾਲੇ ਕੁਐਸਚਨ ਵੀ ਆ ਜਾਂਦੇ ਹੁੰਦੇ ਆ ਨਾ ਵੀ ਸੰਮੀ ਕਿਹਦਾ ਲੋਕ ਨਾਚ ਹੈ? ਮਟਿਆਰਾਂ ਦਾ ਹੈ। ਇਹ ਸੰਦਲਬਾਰ ਦੇ ਇਲਾਕੇ ਦੀਆਂ ਔਰਤਾਂ ਨਾਲ ਸੰਬੰਧਿਤ ਹੈ। ਇਸ ਨਾਚ ਦਾ ਨਾਮ ਸੰਮੀ ਉਸ ਕੁੜੀ ਦੇ ਨਾਮ ਤੋਂ ਪਿਆ ਕਿ ਸੰਮੀ ਢੋਲੇ ਦੀ ਪ੍ਰੇਮਿਕਾ ਸੀ ਤੇ ਢੋਲਾ ਨਰਵਰ ਦਾ ਰਾਜਕੁਮਾਰ ਸੀ ਤੇ ਸੰਮੀ ਮਾਰਵਾੜ ਦੀ ਰਾਜਕੁਮਾਰੀ ਸੀ। ਬਚਪਨ ਵਿੱਚ ਉਹਨਾਂ ਦੋਹਾਂ ਦਾ ਵਿਆਹ ਹੋ ਗਿਆ
ਸੀ ਤੇ ਜਦ ਢੋਲੇ ਦੇ ਮਾਪੇ ਮਾਰਵਾੜ ਵਿੱਚ ਆਉਣ ਲਈ ਮਜਬੂਰ ਹੋ ਗਏ ਸਨ ਤੇ ਵੱਡਾ ਹੋਣ ਤੇ ਢੋਲੇ ਨੇ ਆਪਣਾ ਦੇਸ਼ ਵਿੱਚ ਹੋਰ ਵਿਆਹ ਕਰ ਦਿੱਤਾ। ਇੱਧਰ ਉਸ ਦੀ ਪ੍ਰੇਮਿਕਾ ਰਾਈਆਂ ਅੱਗੇ ਹੱਥੀਂ ਘੱਲੇ ਪਿਆਰ ਗੀਤਾਂ ਨਾਲ ਆਪਣੀ ਸਿੱਕ ਦਰਸਾਉਂਦੀ ਆ ਤੇ ਇਸ ਵਿੱਚ ਕੁੜੀਆਂ ਨੱਚਣ ਵੇਲੇ ਇੱਕ ਦੂਜੇ ਦੇ ਗਲ ਵਿੱਚ ਬਾਹਾਂ ਪਾ ਕੇ ਨੱਚਦੀਆਂ ਤੇ ਆਪਣੇ ਮਨ ਦਾ ਵਲਵਲਾ ਇਹ ਨੀਚੇ ਦਿੱਤੇ ਵਾਲੀ ਜਿਹੜੀ ਸੰਮੀ ਆ ਉਹਦੇ ਅਕੋਰਡਿੰਗ ਕੱਢਦੀਆਂ ਹੈ। ਜਿਵੇਂ ਸੰਮੀ ਮੇਰੀ ਬਣ ਖਾਵਣ ਵਾਲੇ ਖਾ ਗਏ ਬਣ ਸੰਮੀ ਹੈ ਇਹਨੂੰ ਪੜ੍ਹਨਾ ਉਵੇਂ ਇੰਨਾ ਵਧੀਆ ਇੰਟਰਸਟਿੰਗ ਨਹੀਂ ਲੱਗਦਾ, ਗਾਉਣਾ ਵਧੀਆ ਲੱਗਦਾ। ਤੁਸੀਂ ਇਹਨੂੰ ਗਾ ਕੇ ਯਾਦ ਕਰ ਲਿਓ ਜਾਂ ਫਿਰ ਪੜ੍ਹਿਓ ਅੱਗੇ ਆਉਂਦਾ ਹੈ ਲੁੱਡੀ। ਇਹ ਪੰਜਾਬ ਦਾ ਲੋਕ ਨਾਚ ਹੈ। ਇਹ ਨਾਚ ਜਦੋਂ ਕਿਸੇ ਵੀ ਵਿਅਕਤੀ ਦੀ ਜਿੱਤ ਪ੍ਰਾਪਤ ਹੁੰਦੀ ਹੈ ਤਾਂ ਉਹ ਖੁਸ਼ੀ ਵਿੱਚ ਲੁੱਡੀਆਂ ਪਾਉਂਦਾ ਹੈ। ਲੁੱਡੀ ਵਿੱਚ ਢੋਲ ਸਾਜ਼ ਦੀ ਜ਼ਰੂਰਤ ਹੁੰਦੀ ਹੈ। ਲੁੱਡੀ ਔਰਤਾਂ ਦੇ ਮਰਦਾਂ ਦਾ ਲੋਕ ਨਾਚ ਹੈ, ਠੀਕ ਹੈ। ਲੁੱਡੀ ਦੋਨਾਂ ਦਾ ਹੀ ਆ। ਔਰ ਅੱਗੇ ਆਉਂਦਾ ਹੈ ਕਿੱਕਲੀ ਨਰੋਲ ਇਸਤਰੀਆਂ ਦਾ ਲੋਕ ਨਾਚ ਹੈ। ਇਹ ਨਾਚ ਇੱਕ ਹੋਰ ਲੋਕ ਨਾਚਾਂ ਵਾਂਗ ਉਮਰ ਦਾ ਕੋਈ ਹੱਦ ਬੰਨਾ ਨਹੀਂ ਮੰਨਿਆ ਜਾਂਦਾ। ਇਹ ਨਾਚ ਉਮਰ ਦੀਆਂ ਅੱਲੜ ਕੁੜੀਆਂ ਹੀ ਕਰਦੀਆਂ ਹਨ। ਸਾਵਣ ਦੇ ਮਹੀਨੇ ਵਿੱਚ ਪੀਂਘਾਂ ਝੂਟਦੀਆਂ ਮੁਟਿਆਰਾਂ ਵੀ ਕਿੱਕਲੀ ਨਾਚ ਪਾਉਣ ਲਈ ਮਜਬੂਰ ਹੋ ਜਾਂਦੀਆਂ। ਪੀਂਘ ਦੇ ਝੂਟਿਆਂ ਵਿੱਚ ਮਸਤ ਮੁਟਿਆਰਾਂ ਸਰੀਰਕ ਤੇ ਮਾਨਸਿਕ ਸਥਿਰਤਾ ਬਣਾਈ ਰੱਖਣ ਲਈ ਜੋਸ਼ ਨਾਲ ਕਿੱਕਲੀ ਪਾਉਂਦੀਆਂ। ਜਿਵੇਂ ਤੁਸੀਂ ਦੇਖਿਆ ਹੀ ਹੋਣਾ ਹੈ ਦੋ ਕੁੜੀਆਂ ਹੁੰਦੀਆਂ ਹੈ ਤੇ ਦੋਨੇ ਜਾਣੀਆਂ ਕਰੋਸ ਹੱਥ ਕਰਕੇ ਦੋਨੇ ਤੇ ਇੱਕ ਦੂਜੇ ਦੇ ਹੱਥ ਫੜਦੀਆਂ ਹੈ ਕਰੋਸ ਕਰਕੇ ਤੇ ਔਰ ਖੁਸ਼ੀ ਦੇ ਵਿੱਚ ਘੁੰਮਦੀਆਂ ਹੈ ਔਰ ਉਹਨਾਂ ਦੀਆਂ ਗੁੱਤਾਂ ਪਿੱਛੇ ਨੂੰ ਉੱਡਦੀਆਂ ਹੁੰਦੀਆਂ ਹੈ, ਦੁਪੱਟੇ ਪਿੱਛੇ ਨੂੰ ਉੱਡਦੇ ਹੁੰਦੇ ਆ ਤੇ ਉਹ ਇੱਕ ਜੋਸ਼ ਦੇ ਨਾਲ ਕਿੱਕਲੀ ਪਾਉਂਦੀਆਂ ਹੈ। ਪੰਜਾਬ ਦੀ ਲੋਕ ਮੂਰਤੀਕਾਰੀ ਤੇ ਲੋਕ ਚਿੱਤਰਕਾਰੀ। ਪੰਜਾਬ ਦੇ ਵਿੱਚ ਮੂਰਤੀ ਕਲਾ ਦਾ ਕੰਮ ਸਦੀਆਂ ਤੋਂ ਚੱਲਿਆ ਆ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਲੋਕਾਂ ਨੇ ਆ ਕੇ ਹਮਲੇ ਕੀਤੇ ਆ ਤੇ ਇੱਥੇ ਇਸ ਕਲਾ ਨੂੰ ਪ੍ਰਫੁੱਲਿਤ ਹੋਣ ਦਾ ਮੌਕਾ ਨਾ ਮਿਲ ਸਕਿਆ, ਜਿਸ ਸਦਕਾ ਇਸ ਕਾਲ ਦੇ ਵਿੱਚ ਲੋਕਾਂ ਦਾ ਰੁਝਾਨ ਹੀ ਘਟਦਾ ਗਿਆ। ਮੂਰਤੀ ਕਲਾ ਦੇ ਖੇਤਰ ਵਿੱਚ ਗੰਧਾਰ ਸ਼ੈਲੀ ਮੁੱਖ ਤੌਰ 'ਤੇ ਪ੍ਰਚਲਿਤ ਰਹੀ। ਇਸ ਕਲਾ ਦੇ ਦੋ ਪ੍ਰਮੁੱਖ ਗੜ੍ਹ ਸਨ, ਤਕਸ਼ਿਲਾ ਤੇ ਪੇਸ਼ਾਵਰ। ਔਰ ਮੂਰਤੀ ਕਲਾ ਵਿੱਚ ਮੂਰਤੀ ਬਣਾਉਣ ਵਾਲੇ ਦੀ ਕਲਾ ਇੱਕ ਅਨਮੋਲ ਤੇ ਅਦੁੱਤੀ ਹੁੰਦੀ ਹੈ, ਜਿਸ ਵਿੱਚ ਉਹ ਆਪਣੇ ਦਿਮਾਗ ਨਾਲ ਮੂਰਤੀ ਦੇ ਅੰਗ ਬਣਾ ਕੇ ਉਸ ਵਿੱਚ ਆਪਣੇ ਭਾਵਾਂ ਅਨੁਸਾਰ ਰੰਗ ਦਿੰਦਾ ਹੈ ਤੇ ਮੂਰਤੀ ਕਲਾ ਵਿੱਚ ਮੂਰਤੀ ਬਣਾਉਣ ਦੇ ਪੂਰੇ ਅਹਿਸਾਸ ਭਰੇ ਹੁੰਦੇ ਆ ਤੇ ਇਹਨਾਂ ਅਹਿਸਾਸਾਂ ਨੂੰ ਜ਼ਾਹਰ ਕਰਨ ਲਈ ਉਹ ਬੜੀ ਮਿਹਨਤ ਤੇ ਲਗਨ ਦੀ ਜ਼ਰੂਰਤ ਹੁੰਦੀ ਆ। ਪੰਜਾਬ ਦੀਆਂ ਲੋਕ ਕਲਾਵਾਂ ਵਿੱਚ ਚਿੱਤਰਕਾਰੀ ਇੱਕ ਪ੍ਰਮੁੱਖ ਕਲਾ ਹੈ, ਜਿਸ ਦੇ ਨਮੂਨੇ ਸਾਨੂੰ ਅੱਜ ਵੀ ਪੰਜਾਬ ਦੇ ਪਿੰਡਾਂ ਵਿੱਚ ਵੇਖਣ ਨੂੰ ਮਿਲਦੇ ਆ। ਪੰਜਾਬ ਦੇ ਪਿੰਡਾਂ ਵਿੱਚ ਪਿੰਡੂ ਔਰਤਾਂ ਕੰਧ ਉੱਪਰ ਚਿੱਤਰਕਾਰੀ ਕਰਦੀਆਂ। ਉਹ ਕੰਧਾਂ ਉੱਪਰ ਮੋਰ, ਬਿੱਲੀਆਂ ਦਾ ਜੋੜਾ, ਹਿਰਨ, ਕਬੂਤਰ, ਪਿੱਪਲ, ਸ਼ੇਰ, ਕੁਝ ਧਰਮ ਨਾਲ ਸੰਬੰਧਿਤ ਚਿੱਤਰ ਆਦਿ ਕੰਧਾਂ ਉੱਪਰ ਉਲੀਕਦੀਆਂ ਹੈ। ਅਜਿਹੀ ਚਿੱਤਰਕਾਰੀ ਕੇਵਲ ਉਹਨਾਂ ਕੰਧਾਂ 'ਤੇ ਹੀ ਵੇਖਣ ਨੂੰ ਨਹੀਂ ਮਿਲਦੀ, ਬਲਕਿ ਉਹਨਾਂ ਦੇ ਘੜਿਆਂ, ਭੜੋਲਿਆਂ ਆਦਿ ਉੱਪਰ ਵੀ ਬਣਾਏ ਜਾਂਦੇ ਆ। ਆਮ ਹਿੰਦੂ ਘਰਾਂ ਵਿੱਚ ਪਹਿਲਾਂ ਗੇਰੂ ਨਾਲ ਹੱਟੜੀ ਆਦਿ ਰੰਗ ਭਰਦੇ ਸੀ। ਇਹ ਕਲਾ ਹੁਣ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ, ਪਰ ਅੱਜ ਦੇ ਯੁੱਗ ਵਿੱਚ ਰੰਗੋਲੀ ਨੇ ਪੁਰਾਤਨ ਚਿੱਤਰਕਾਰੀ ਦਾ ਰੂਪ ਬਦਲ ਦਿੱਤਾ ਹੈ। ਪੰਜਾਬ ਦੀਆਂ ਲੋਕ ਕਲਾਕ੍ਰਿਤੀਆਂ ਇਹ ਚੀਜ਼ ਇਹਦੇ ਵਿੱਚ ਉਹ ਵੀ ਆ ਜਾਂਦੀ ਹੈ ਜਦੋਂ ਚੇਤ ਵੱਲਦੇ ਆ ਜਿਵੇਂ ਗੋਹੇ ਦੇ ਨਾਲ ਪਤਾ ਨਹੀਂ ਪਹਿਲੇ ਚੇਤ ਨੂੰ ਗੋਹਾ ਲੈ ਕੇ ਗੋਹੇ ਨੂੰ ਕੰਧ ਦੇ ਉੱਪਰ ਫੁੱਲ ਬਣਾਉਂਦੇ ਆ ਗੇਟ ਦੇ ਉੱਤੇ, ਤਾਂ ਉਹਨੂੰ ਚੇਤ ਵੱਲਣਾ ਕਹਿੰਦੇ ਆ ਉਹ ਚੀਜ਼ ਵੀ ਇਹਦੇ ਅੰਡਰ ਹੀ ਆ ਜਾਂਦੀ ਆ। ਪੰਜਾਬ ਦੀਆਂ ਲੋਕ ਕਲਾਕ੍ਰਿਤੀਆਂ ਦੇ ਵਿੱਚ ਆਉਂਦੀ ਆ ਫੁਲਕਾਰੀ ਤੇ ਕਸੀਦਾ। ਪੰਜਾਬ ਦੇ ਹਰ ਘਰ ਵਿੱਚ ਪਾਇਆ ਜਾਣ ਵਾਲਾ ਲੋਕ ਕਲਾ ਦਾ ਇੱਕ ਰੂਪ ਫੁਲਕਾਰੀ ਹੈ। ਫੁਲਕਾਰੀ ਦਾ ਅਰਥ ਫੁੱਲ ਕੱਢਣਾ ਹੈ। ਜਿਸ ਫੁਲਕਾਰੀ ਦੇ ਵਿੱਚ ਕਢਾਈ ਜੜੀ ਹੋਵੇ ਉਸਨੂੰ ਬਾਗ ਕਹਿੰਦੇ ਆ। ਹੁਣ ਇਹ ਚੀਜ਼ ਵੀ ਯਾਦ ਰੱਖਿਓ ਜੇ, ਠੀਕ ਹੈ। ਜਿਸ ਫੁਲਕਾਰੀ ਦੇ ਵਿੱਚ ਕਢਾਈ ਜੜੀ ਪਈ ਹੋਵੇ ਉਹਨੂੰ ਬਾਗ ਕਹਿੰਦੇ ਆ। ਇਹ ਇੱਕ ਆਮ ਕੱਪੜੇ 'ਤੇ ਕੀਤੀ ਹੋਈ ਕਢਾਈ ਹੁੰਦੀ ਹੈ, ਜਿਸ ਨੂੰ ਮੋਟੇ ਟਾਂਕੇ ਨਾਲ ਕੱਢਿਆ ਜਾਂਦਾ ਹੈ।
ਆਮ ਇਹ ਵੀ ਕਿਹਾ ਜਾਂਦਾ ਕਿ ਜਿਸ ਦਾ ਰਿਵਾਜ ਕਸ਼ਮੀਰ ਵਿੱਚ ਰਹਿਣ ਵਾਲੇ ਮੁਸਲਮਾਨਾਂ ਤੋਂ ਆਇਆ। ਪੰਜਾਬ ਵਿੱਚ ਫੁਲਕਾਰੀ ਦਾ ਕੰਮ ਅੱਜ ਵੀ ਬਹੁਤ ਪ੍ਰਚਲਿਤ ਹੈ। ਕਸੀਦਾ ਬਹੁਤ ਬਰੀਕੀ ਨਾਲ ਕੀਤੀ ਹੋਈ ਕਢਾਈ ਨੂੰ ਕਹਿੰਦੇ ਆ। ਪਤਾ ਨਹੀਂ ਕਿਉਂ ਮੈਨੂੰ ਐਂ ਲੱਗਦਾ ਇਹ ਫੁਲਕਾਰੀ ਜ਼ਿਆਦਾ ਸੋਹਣੀ ਅੱਜ ਕੱਲ੍ਹ ਮੁਕਤਸਰ 'ਚੋਂ ਮਿਲਦੀ ਆ। ਸ਼ਾਇਦ ਕੋਈ ਮੁਕਤਸਰ ਤੋਂ ਹੋਇਆ ਸਟੂਡੈਂਟ ਤਾਂ ਮੈਨੂੰ ਦੱਸੇ ਜ਼ਰੂਰ, ਹੈ ਨਾ। ਪੁਰਾਣੇ ਸਮੇਂ ਵਿੱਚ ਘਰਾਂ ਵਿੱਚ ਵਰਤੇ ਜਾਣ ਵਾਲੇ ਦਰੀਆਂ, ਖੇਸ, ਚਾਦਰਾਂ, ਫੁਲਕਾਰੀ ਅਤੇ ਗਲੀਚੇ ਆਦਿ ਵੀ ਘਰ ਬੁਣੇ ਜਾਂਦੇ ਸੀ। ਅਤੇ ਇਹਨਾਂ ਕੋਮਲ ਕਲਾਵਾਂ ਤੋਂ ਆਪਣੇ ਸੱਭਿਆਚਾਰ ਬਾਰੇ ਜਾਣਕਾਰੀ ਮਿਲਦੀ ਹੈ। ਅਤੇ ਇਹ ਸਾਰੇ ਪੁਰਾਣੇ ਨਮੂਨੇ ਸਾਨੂੰ ਹੜੱਪਾ ਅਤੇ ਰੋਪੜ ਦੀਆਂ ਪੁਰਾਣੀਆਂ ਖੁਦਾਈਆਂ ਵਿੱਚੋਂ ਮਿਲਦੇ ਹਨ। ਮਿੱਟੀ ਦੇ ਘੜੇ, ਬਰਤਨ, ਚਿੱਤਰਕਾਰੀ, ਮੂਰਤੀ ਕਲਾ, ਫੁਲਕਾਰੀ, ਕਸੀਦਾ, ਇਹ ਸਾਰੀਆਂ ਲੋਕ ਕਲਾਵਾਂ ਸਾਨੂੰ ਪੰਜਾਬ ਦੇ ਪੁਰਾਣੇ ਸੱਭਿਆਚਾਰ ਦੀਆਂ ਲੋਕ ਕਲਾਵਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦੀਆਂ। ਇਹ ਲੋਕ ਕਲਾਵਾਂ ਸਾਡੇ ਲਈ ਇੱਕ ਅਮਰ ਵਿਰਸਾ ਹੈ। ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਅਨਮੋਲ ਖਜ਼ਾਨਾ ਹੈ, ਜਿਸ ਨੂੰ ਬਚਾਉਣਾ ਅਤੇ ਬਣਾਉਣਾ ਹਰ ਆਮ ਇਨਸਾਨ ਦੇ ਹੱਥ ਵਿੱਚ ਹੈ। ਔਰ ਫੁਲਕਾਰੀ ਅਤੇ ਕਸੀਦਾ ਉਹ ਸੀ ਜਦੋਂ ਚੀਜ਼ਾਂ ਨੂੰ ਉਹਦੇ ਨਾਲ ਕੱਢਿਆ ਜਾਂਦਾ ਸੀਗਾ, ਹੈ ਨਾ। ਔਰ ਫੁਲਕਾਰੀ ਤੁਹਾਨੂੰ ਪਤਾ ਹੀ ਹੈ ਵੀ ਇੱਕ ਜਿਵੇਂ ਆਮ ਕੱਪੜਾ ਜਾਂ ਕੋਈ ਇੱਕ ਦੁਪੱਟਾ ਹੁੰਦਾ ਹੈ, ਹੈ ਨਾ, ਉਹਨੂੰ ਕਢਾਈ ਨਾਲ ਕੱਢਿਆ ਜਾਂਦਾ। ਮੈਨੂੰ ਲੱਗਦਾ ਇਹ ਸਾਰੇ ਪੰਜਾਬੀ ਵਾਲੇ ਆ, ਮਾਸਟਰਸ ਕਰਕੇ ਆਏ ਆ, ਜਾਣਦੇ ਹੋਣਗੇ ਚੰਗੀ ਤਰ੍ਹਾਂ ਫੁਲਕਾਰੀ। ਔਰ ਇਹਦੇ ਨਾਲ ਰਿਲੇਟਡ ਕੁਐਸਚਨ ਵੀ ਆ ਜਾਂਦੇ ਆ। ਪੰਜਾਬ ਦੇ ਲੋਕ ਧੰਦੇ, ਪੰਜਾਬ ਦੇ ਬਹੁਤ ਸਾਰੇ ਕੰਮ ਧੰਦੇ ਪੁਰਾਤਨ ਸਮਾਜ ਵਿਚਲੇ ਧੰਦੇ ਕੁਝ ਹੋਰ ਸਨ, ਪਰ ਹੁਣ ਉਹ ਸਮਾਂ ਨਹੀਂ ਰਿਹਾ ਜਿਸ ਦੇ ਨਾਲ ਕੰਮ ਦਾ ਸਰੂਪ ਬਦਲ ਗਿਆ। ਹੁਣ ਤਾਂ ਇਸਤਰੀਆਂ ਵੀ ਪੁਰਖਾਂ ਵਾਲੇ ਕੰਮ ਕਰਦੀਆਂ ਅਤੇ ਮਰਦ ਇਸਤਰੀਆਂ ਵਾਲੇ ਕੰਮਾਂ ਵਿੱਚ ਸਹਾਈ ਹੁੰਦੇ ਆ। ਇਹ ਗੁੱਡ ਚੀਜ਼ ਆ। ਪਹਿਲਾਂ ਤਾਂ ਇਹ ਸਾਰੇ ਕੰਮ ਜਾਤੀ ਦੇ ਹਿਸਾਬ ਨਾਲ ਕੀਤਾ ਜਾਂਦਾ ਸੀ। ਕੰਮ ਧੰਦਿਆਂ ਦੀ ਪੱਕੀ ਵੰਡ ਜਾਤੀ ਜਮਾਤ ਦੀਆਂ ਹੱਦਾਂ ਕਾਫੀ ਮਜ਼ਬੂਤ ਬਣਾ ਰੱਖੀਆਂ ਸਨ। ਹਰ ਜਾਤੀ ਨੂੰ ਆਪਣਾ ਕਿੱਤਾ ਇਸ਼ਟ ਦੇਵ ਪਵਿੱਤਰ ਗੌਰਵਮਈ ਹੋਣ ਦਾ ਮਾਣ ਰਿਹਾ ਹੈ। ਲੁਹਾਰ ਜਿਹੜੇ ਸੀਗੇ ਆਮ ਕਰਕੇ ਲੋਹੇ ਦਾ ਕੰਮ ਕਰਦੇ ਸੀ, ਹੈ ਨਾ। ਲੁਹਾਰ ਨੂੰ ਆਪਣੀ ਤਾਲ ਲਾਉਣ ਦੀ ਕਲਾਤਮਕ ਸੂਝ 'ਤੇ ਮਾਣ ਹੁੰਦਾ ਹੈ। ਅਤੇ ਲੁਹਾਰ ਹਮੇਸ਼ਾ ਆਪਣੇ ਬਣਾਏ ਹੋਏ ਲੋਹੇ ਦੇ ਖੁਰਪੇ ਕਈ ਆਦਿ ਸੰਦਾਂ ਦੀ ਘਾੜਤ ਦੇ ਬਾਰੇ ਉਦਾਹਰਨ ਦੇ ਕੇ ਪੇਸ਼ ਕਰਦਾ ਹੈ। ਤਰਖਾਣ ਜਿਹੜਾ ਇਹ, ਹੈ ਨਾ, ਤਰਖਾਣ ਕੀ ਕਰਦਾ ਸੀਗਾ, ਕੇਵਲ ਮੰਜੇ ਬਣਾਉਂਦਾ ਸੀਗਾ, ਹੈ ਨਾ। ਵਰਤਮਾਨ ਸਮਾਜ ਵਿੱਚ ਹਰ ਘਰ ਫੈਕਟਰੀ, ਹੋਟਲ ਆਦਿ ਅਜਿਹੇ ਸਮਾਜਿਕ ਸੰਸਥਾਵਾਂ, ਮਤਲਬ ਉਹ ਚੀਜ਼ਾਂ ਘੱਟ ਗਈਆਂ ਹੈ ਹੁਣ। ਅਤੇ ਲੱਕੜ ਦਾ ਕੰਮ ਵੀ ਉਹ ਕਰਦਾ ਸੀ। ਘੁਮਿਆਰ ਜਿਹੜਾ ਹੈ ਉਹ ਮਿੱਟੀ ਦੇ ਭਾਂਡੇ ਬਣਾਉਂਦਾ ਸੀ, ਮਿੱਟੀ ਦਾ ਕੰਮ ਕਰਦਾ ਸੀਗਾ। ਔਰ ਜਿਹੜਾ ਚਮਿਆਰ ਸੀਗਾ ਉਹ ਜੁੱਤੀਆਂ ਬਣਾਉਣ ਅਤੇ ਉਹਦੇ ਨਾਲ ਰਿਲੇਟਡ ਜਿਹੜਾ ਇਹ ਮਹਾਨ ਕੰਮ ਕਰਦਾ ਸੀਗਾ। ਔਰ ਝੋਰੀ ਸਮਾਜ ਦਾ ਇੱਕ ਅਹਿਮ ਹਿੱਸਾ ਸੀ, ਜੋ ਕਿ ਸਿਰ ਉੱਤੇ ਬਿਨਾਂ ਹਿੱਲੇ ਹੀ 4-5 ਘੜੇ ਚੁੱਕ ਕੇ ਘਰ ਜਲ ਦਿੰਦੀ ਸੀ। ਝੋਰੀ ਵੀ ਸਾਡੇ ਸਮਾਜ ਦਾ ਅਹਿਮ ਹਿੱਸਾ ਹੈ, ਜੋ ਕਿ ਸਿਰ ਉੱਤੇ ਬਿਨਾਂ ਹਿੱਲੇ 4-5 ਘੜੇ ਚੁੱਕ ਕੇ ਘਰ ਜਲ ਦਿੰਦੀ ਸੀ। ਕਿਆ ਬਾਤ ਹੈ। ਹੁਣ ਇਹ ਕੰਮ ਸ਼ਹਿਰਾਂ ਦੇ ਵਿੱਚ ਕਿਤੇ ਵੀ ਦੇਖਣ ਨੂੰ ਨਹੀਂ ਮਿਲਦਾ। ਹੁਣ ਹਰ ਘਰ ਮੋਟਰਾਂ ਪੰਪਾਂ ਨੇ ਲੈ ਲਈ ਆ। ਇਹ ਚੀਜ਼ ਉਹਨੂੰ ਕਹਿ ਸਕਦੇ ਹਾਂ ਜਿਹੜੇ ਆਰ ਵਾਲਾ ਪਾਣੀ ਦੇਣ ਆਉਂਦੇ ਹੁੰਦੇ ਅਤੇ ਗੱਡੀ 'ਤੇ ਪਾਣੀ ਦੇਣ ਆਉਂਦੇ ਹੁੰਦੇ, ਹੈ ਨਾ। ਪਿੰਡ ਦੇ ਬਾਣੀ ਜਿਹੜੇ ਆ ਤੱਕੜੀ ਤੋਲਣ ਦਾ ਮਤਲਬ ਕਿ ਉਹ ਦੁਕਾਨਦਾਰੀ ਦਾ ਕੰਮ ਕਰਦੇ ਸੀ। ਨਾਈ ਜਿਹੜਾ ਹੈ ਉਹ, ਹੈ ਨਾ, ਸਮਝ ਸਕਦੇ ਆ ਨਾ, ਨਾਈ ਕੀ ਕੰਮ ਕਰਦਾ ਸੀ। ਔਰ ਦਰਜੀ ਵੀ ਪਤਾ ਹੋਊਗਾ, ਹੈ ਨਾ। ਮਿਰਾਸੀ ਦਾ ਕਿੱਤਾ ਹੁੰਦਾ ਸੀਗਾ ਮਨੋਰੰਜਨ ਦਾ, ਔਰ ਮਨੋਰੰਜਨ ਦੇ ਲਈ ਵੀ, ਹੈ ਨਾ, ਉਹ ਉਸ ਤਰ੍ਹਾਂ ਦਾ ਹਾਸਾ ਠੱਠਾ ਕਰਦਾ ਸੀਗਾ। ਔਰ ਮਿਰਾਸੀ ਦਾ ਮਤਲਬ ਹੁੰਦਾ ਹੈ ਜਦੋਂ ਕਿਸੇ ਨੂੰ ਕਿਤੋਂ ਸੁਣਿਆ ਸੀ ਮੈਂ, ਕਿਸੇ ਤੋਂ ਮੈਂ ਸੁਣਿਆ ਸੀ ਵੀ ਜਿਹੜਾ ਸਰਵਗੁਣ ਸੰਪੰਨ ਹੁੰਦਾ ਹੈ, ਜਿਹਦੇ ਵਿੱਚ ਬਹੁਤ ਕਲਾ ਹੁੰਦੀਆਂ ਹੈ, ਰੱਬ ਨੇ ਉਹਨੂੰ ਕਲਾਕਾਰ ਬਣਾ ਕੇ ਭੇਜਿਆ ਹੁੰਦਾ ਨਾ, ਉਹਦਾ ਮਤਲਬ ਮਿਰਾਸੀ ਹੁੰਦਾ। ਔਰ ਪੰਡਿਤ ਜਿਹੜੇ ਆ ਵਿਆਹ ਕਰਾਉਂਦੇ ਸੀ, ਜਲਾਹਾ ਕੱਪੜੇ ਬੁਣਨ ਦੀ ਕਲਾ ਰੱਖਦਾ ਸੀ। ਇਸ ਤਰ੍ਹਾਂ ਇਹ ਲੋਕ ਕਿੱਤੇ ਆ, ਠੀਕ ਆ। ਇੱਕ ਬਾਜੀਗਰ ਨਹੀਂ ਆਇਆ ਵਿੱਚ, ਬਾਜੀਗਰ 'ਤੇ ਸਾਨੂੰ ਕੁਐਸਚਨ ਆਇਆ ਸੀ ਇੱਕ ਵਾਰੀ।
है ना। पता ना बाजीगर किवें हुंदे आ, कलाकारियां करदे ਉਹ ਵੀ है ना बाजीगर भी। पंजाब दे लोक गहने, पंजाब ਦੇ ਲੋਕ ਕਲਾਵਾਂ ਵਿੱਚੋਂ ਲੋਕ ਗਹਿਣੇ ਇੱਕ ਪ੍ਰਮੁੱਖ ਤੇ ਅਹਿਮ ਕਲਾ ਹੈ। ਪੰਜਾਬ ਤਾਂ ਕਿ ਹਰ ਥਾਂ ਦੀ ਔਰਤ ਆਪਣਾ ਸ਼ਿੰਗਾਰ ਗਹਿਣੇ ਪਾ ਕੇ ਕਰਨਾ ਚਾਹੁੰਦੀ ਹੈ। ਜੇਕਰ ਅਸੀਂ ਆਪਣੀ ਦੂਸਰੀਆਂ ਕੋਮਲ ਕਲਾਵਾਂ ਦੀ ਉਦਾਹਰਨ ਵਜੋਂ ਮੂਰਤੀ ਕਲਾ ਹੀ ਲਈਏ ਤਾਂ ਸਾਨੂੰ ਪਤਾ ਚੱਲਦਾ ਕਿ ਸਾਡੇ ਸਮਾਜ ਵਿੱਚ ਗਹਿਣਿਆਂ ਦੀ ਜਿਹੜੀ ਰਵਾਇਤ ਆ ਬਹੁਤ ਚਿਰ ਪਹਿਲਾਂ ਸ਼ੁਰੂ ਹੋ ਗਈ ਸੀ। ਹਰ ਇਨਸਾਨ ਆਪਣੇ ਆਪ ਨੂੰ ਇੱਕ ਆਕਰਸ਼ਕ ਰੂਪ ਵਿੱਚ ਦੂਜਿਆਂ ਸਾਹਮਣੇ ਪੇਸ਼ ਕਰਨਾ ਚਾਹੁੰਦਾ ਹੈ ਅਤੇ ਦਿਖਾਉਣ ਦੇ ਲਈ ਲੋਕ ਗਹਿਣੇ ਪਹਿਨਣਾ ਪਸੰਦ ਕਰਦੇ ਆ। ਅਤੇ ਪੰਜਾਬੀ ਸੱਭਿਆਚਾਰ ਵਿੱਚ ਵੀ ਗਹਿਣਿਆਂ ਦਾ ਮਹੱਤਵਪੂਰਨ ਸਥਾਨ ਆ। ਗਹਿਣੇ ਲੋਕ ਔਰਤਾਂ ਹੀ ਨਹੀਂ ਪੁਰਸ਼ ਵੀ ਪਹਿਨਦੇ ਸੀ। ਇਸ ਤੋਂ ਅੱਗੇ ਆਪਾਂ ਦੇਖਦੇ ਹਾਂ ਗਹਿਣੇ ਕਿਹੜੇ ਕਿਹੜੇ ਹੁੰਦੇ ਆ। ਅੱਛਾ, ਇੱਕ ਚੀਜ਼ ਹੋਰ ਇੰਪੋਰਟੈਂਟ ਆ। ਡਾਕਟਰ ਸੁਰਿੰਦਰ ਸਿੰਘ ਕੋਹਲੀ ਨੇ ਹੀਰ ਦਮੋਦਰ ਦੇ ਆਧਾਰ 'ਤੇ ਕੁਝ ਗਹਿਣਿਆਂ ਦਾ ਜ਼ਿਕਰ ਕੀਤਾ ਜਿਹੜੇ ਹੀਰ ਨੂੰ ਦਾਜ ਵਿੱਚ ਮਿਲੇ ਸਨ। ਉਹ ਲਿਖਦੇ ਹਨ, ਦਾਜ ਵਿੱਚ ਹੇਠ ਲਿਖੀਆਂ ਚੀਜ਼ਾਂ ਮਿਲੀਆਂ ਸੀ: ਜੜਤ, ਸੋਨਾ, ਬਹੁਭਾਂਤੀ ਗਹਿਣੇ, 2 ਮਣੀ, ਕੜਾਈਆਂ, ਪੀੜਾ, ਪਲੰਗ, ਚਾਂਦੀ ਦਾ ਮੜਿਆ ਅਤੇ ਤਿੱਲੇ ਦਾ ਉਣਿਆ, ਰੇਸ਼ਮ ਦੇ ਕੱਪੜੇ, 3 ਤੇਵਰ, ਰੇਸ਼ਮੀ ਕੰਨੀ ਵਾਲੇ ਖੇਸ, ਬਿੱਲ, ਸਿਰ, ਗਲੀ, ਕਪੂਰ, ਚੁੰਨੀਆਂ ਔਰ ਮੋਤੀਆਂ ਨਾਲ ਜੜੀ, ਸੋਨੇ ਦੀ ਸੁਰਮੇਦਾਨੀ, ਚਾਂਦੀ ਦੀ ਟਮਕ, ਪਕਵਾਨਾਂ ਦੇ ਢੇਰ, ਸੱਤੇ ਪਾਈ, ਹਰ ਜਾਂਜੀ ਦਾ ਸੁਨਹਿਰੀ ਸਰੋਪਾ ਔਰ ਛੰਨੇ ਅਤੇ ਨਿਸ਼ਾਮਤਾ, ਪਤਾ ਨਹੀਂ ਨਿਸ਼ਾਮਤਾ ਕੀ ਆ, ਔਰ ਇਹ ਸਾਰੇ ਇਹਨਾਂ ਨੂੰ ਮਿਲੇ ਸੀ। ਔਰ ਗਹਿਣਿਆਂ ਨੂੰ ਕਿਵੇਂ, ਇਹਨਾਂ ਨੂੰ ਵੱਖ-ਵੱਖ ਢੰਗਾਂ ਨਾਲ ਕਿਵੇਂ ਵੰਡਿਆ ਜਾਂਦਾ ਹੈ। ਸੋਨਾ, ਮੋਤੀ, ਇਹਦੇ ਵਿੱਚ ਕੱਚ, ਲਾਲ, ਮੋਤੀ, ਸੋਨਾ, ਸੁਨਿਆਰ, ਮੇਖਾਂ, ਹੈ ਨਾ, ਗਹਿਣਾ ਗੱਟਾ, ਟੂੰਬਾਂ, ਗਹਿਣੇ, ਸਿਰ ਦੇ ਗਹਿਣੇ, ਠੂਠੀ, ਫੁੱਲ, ਕਲਿੱਪ, ਮੱਥੇ ਦੇ ਗਹਿਣੇ, ਚੰਦ, ਬਿੰਦੀਆਂ, ਦੌਣੀ, ਕੰਨਾਂ ਦੇ ਗਹਿਣੇ, ਝੁਮਕੇ, ਨੱਤੀਆਂ, ਵਾਲੇ, ਡੰਡੀਆਂ, ਮੁੰਗਰੇ, ਸੋਨ ਚਿੜੀਆਂ, ਬੂੰਦੇ, ਲੋਟਣ, ਤੁੰਗਲ, ਕਾਂਟੇ, ਮੁੰਦਰੀ, ਝੁਮਕੀ, ਪਿੱਪਲ ਪੱਤੀਆਂ, ਬੂੰਜਲੀਆਂ, ਟੋਪਸ, ਕੰਡੀ, ਕੋਕਰੂ, ਰੇਲਾਂ, ਬਹਾਦਰਣੀਆਂ, ਮਾਮੇ, ਮੁਰਕੀਆਂ ਆਦਿ। ਜਿਵੇਂ ਹੁਣ ਤੁਹਾਨੂੰ ਇਹ ਚੀਜ਼ ਆ ਵੀ ਤੁਸੀਂ ਇਹ ਯਾਦ ਰੱਖਣਾ ਵੀ ਮਾਮੇ ਮੁਰਕੀਆਂ ਕੀ ਆ। ਮੁਰਕੀਆਂ ਤਾਂ ਚੱਲ ਹੁੰਦਾ ਹੀ ਕੰਨ ਦਾ ਗਹਿਣਾ ਹੈ, ਹੈ ਨਾ। ਜੇ ਤੁਸੀਂ ਇਹ ਯਾਦ ਰੱਖਣਾ ਹੈ ਵੀ ਰੇਲਾਂ ਕਿਹੜਾ ਗਹਿਣਾ ਹੋ ਸਕਦਾ ਹੈ, ਤੁਸੀਂ ਇਹ ਯਾਦ ਰੱਖਣਾ ਵੀ ਟੋਪਸ ਦੇ ਨਾਲ ਕੋਕਰੂ ਰੇਲਾਂ ਨਹੀਂ ਪੜਿਆ, ਹੈ ਨਾ। ਕੋਕਰੂ, ਰੇਲਾਂ, ਟੋਪਸ, ਕੰਡੀ, ਕੋਕਰੂ, ਰੇਲਾਂ, ਇਹ ਜਿਹੜੇ ਆ ਇਹ ਕੰਨ ਦੇ ਗਹਿਣੇ ਆ। ਔਰ ਜਦੋਂ ਤੁਸੀਂ ਕਹੋਗੇ ਕੋਕਾ, ਬਲਾਕ, ਤੀਲੀ, ਮਛਲੀ, ਕੋਕਾ ਦਾ ਓਬੀਅਸ ਨੱਕ ਦਾ ਗਹਿਣਾ ਹੈ ਨਾ। ਬਲਾਕ, ਤੀਲੀ, ਮਛਲੀ ਇਹ ਵੀ ਨੱਕ ਦੇ ਗਹਿਣੇ ਆ। ਇਸ ਤਰ੍ਹਾਂ ਨਾਲ ਯਾਦ ਰੱਖ ਲਿਓ। ਔਰ ਲੌਂਗ, ਨੱਥ, ਕੋਕਾ, ਬਲਾਕ, ਤੀਲੀ, ਮਛਲੀ, ਰੇਖ, ਮੇਖ, ਮੁਰਕੀ, ਨੁਕਰਾ, ਠੀਕ ਹੈ। ਇਹ ਨਾਲ ਇਹਦੇ ਰਿਲੇਟਡ ਬੋਲੀ ਵੀ ਦਿੱਤੀ ਹੋਈ। ਗਲ ਦੇ ਗਹਿਣੇ, ਤਵੀਤ, ਤੰਦੀਰਾ, ਹੱਸ, ਕੰਠੀ, ਮਾਲਾ। ਹੁਣ ਇਹਨੂੰ ਐਂ ਯਾਦ ਰੱਖਿਓ, ਤਵੀਤ, ਤੰਦੀਰਾ, ਹੱਸ, ਕੰਠੀ, ਮਾਲਾ। ਹੁਣ ਇਹਦਾ ਮਤਲਬ ਕੀ ਆ, ਹੱਸ ਜਿਹੜਾ ਹੈ, ਹੱਸ ਕੰਠੀ ਉਹ ਗੱਲ ਦਾ ਗਹਿਣਾ ਹੈ। ਹਮੇਲਾ, ਇਨਾਮ, ਗਾਨੀ, ਗਾਨੀ ਤਾਂ ਪਤਾ ਹੀ ਆ, ਹੈ ਨਾ। ਹਮੇਲਾ, ਇਨਾਮ ਅਤੇ ਗਾਨੀ। ਗਲੂਬੰਦ, ਜੰਜੀਰੀ ਅਤੇ ਹਾਰ। ਕੈਂਠਾ, ਤੱਗਾ, ਹਮੇਲ ਅਤੇ ਨਾਮੀਆਂ, ਠੀਕ ਆ। ਇਹ ਗੱਲ ਦੇ ਗਹਿਣੇ ਆ। ਬਾਹਾਂ ਦੇ ਗਹਿਣੇ, ਵੰਗਾਂ, ਚੂੜੀਆਂ, ਬਾਜੂਬੰਦ, ਇਹ ਤਾਂ ਸਾਰੇ ਆਪਾਂ ਨੂੰ ਪਤਾ ਲੱਗ ਹੀ ਰਿਹਾ, ਹੈ ਨਾ। ਪਰੀਬੰਦ, ਚੂੜਾ, ਪਹੁੰਚੀ। ਹੁਣ ਇਹ ਚੀਜ਼ ਰੱਖਿਓ, ਪਰੀਬੰਦ, ਚੂੜਾ, ਪਹੁੰਚੀ, ਬੰਦ। ਔਰ ਕੰਗਣ, ਕੜਾ, ਸੂਤੜਾ, ਗੋਖੜੂ। ਗੋਖੜੂ ਆਉਂਦਾ ਹੁੰਦਾ ਕੁਐਸਚਨ। ਗੋਖੜੂ ਕੀ ਆ, ਬਾਹਾਂ ਦੇ ਗਹਿਣੇ ਆ। ਸੰਘਾੜੇ, ਲੱਛੇ, ਬਾਂਕਾਂ, ਠੀਕ ਆ। ਇਹਨੂੰ ਪੂਰੇ ਨੂੰ ਯਾਦ ਕਰਿਓ ਜੀ ਇਸ ਤਰ੍ਹਾਂ ਨਾਲ ਕਿ ਕੜਾ, ਸੂਤੜਾ, ਗੋਖੜੂ, ਸੰਘਾੜੇ, ਲੱਛੇ, ਬਾਂਕਾਂ ਇਹ ਕੀ ਆ, ਬਾਹਾਂ ਦੇ ਗਹਿਣੇ ਆ। ਹੱਥਾਂ ਦੇ ਗਹਿਣੇ, ਮੁੰਦਰੀ, ਛਾਪ, ਅਰਸੀ, ਛੱਲਾ, ਰਤਨ ਚੌਂਕ, ਹੱਥ ਫੁੱਲ, ਕਲੀਚੜੀਆਂ ਅਤੇ ਮੁੰਦਰੀਆਂ। ਅੱਗੇ ਆਉਂਦੇ ਪੈਰਾਂ ਦੇ ਗਹਿਣੇ, ਬਾਂਕਾਂ, ਲੱਛੀਆਂ, ਪੱਟੜੀਆਂ, ਸਗਲੇ, ਪੰਜੇਬਾਂ, ਝਾਂਜਰਾਂ, ਬਿਛੂਏ, ਛੱਲੀਆਂ, ਗੂਠੜੇ ਆਦਿ ਜਿਹੜੇ ਇਹ ਪੈਰਾਂ ਦੇ ਗਹਿਣੇ ਆ, ਹੈ ਨਾ। ਔਰ ਹਾਰ ਸ਼ਿੰਗਾਰ ਲਈ ਹੋਰ ਕੀ ਕੀ ਕੁਛ ਵਰਤਿਆ ਜਾਂਦਾ ਸੀਗਾ, ਇਹ ਵਾਲੀ ਚੀਜ਼ਾਂ ਸਾਰੀਆਂ। ਅੱਗੇ ਆਉਂਦਾ ਲੋਕ ਪਹਿਰਾਵਾ। ਲੋਕ ਪਹਿਰਾਵਾ ਤੁਸੀਂ ਸਭ ਜਾਣਦੇ ਹੀ ਆ। ਲੋਕ ਪਹਿਰਾਵੇ ਤੋਂ
ਆਹ ਵਾਲੀ ਚੀਜ਼ ਇੰਪੋਰਟੈਂਟ ਆ। ਪੰਜਾਬੀ ਸੱਭਿਆਚਾਰ ਕਾਫੀ ਹੱਦ ਤੱਕ ਇਸਲਾਮ ਤੋਂ ਪ੍ਰਭਾਵਿਤ ਰਿਹਾ ਹੈ, ਜਿਵੇਂ ਕਮੀਜ਼, ਸਲਵਾਰ, ਪਜਾਮਾ, ਫਤੂਹੀ, ਅਚਕਨ, ਅਨੇਕਾਂ ਪ੍ਰਕਾਰ ਦੀਆਂ ਤੁਰਕੀ, ਕਸ਼ਮੀਰੀ, ਹਿਮਾਚਲੀ, ਗੋਰਖਾਨੀ, ਕਈ ਪ੍ਰਕਾਰ ਦੀਆਂ ਟੋਪੀਆਂ ਦਾ ਰਿਵਾਜ ਮੁਸਲਮਾਨੀ ਸੱਭਿਅਤਾ ਤੋਂ ਸੰਪਰਕ ਤੋਂ ਗ੍ਰਹਿਣ ਕੀਤਾ ਹੈ। ਠੀਕ ਹੈ। ਪੰਜਾਬ ਦੀਆਂ ਲੋਕ ਖੇਡਾਂ ਤੇ ਤਮਾਸ਼ੇ। ਖੇਡਾਂ ਦਾ ਤੁਹਾਨੂੰ ਪਤਾ ਹੀ ਹੈ ਵੀ ਕਿੰਨਾ ਆਪਣੀ ਜ਼ਿੰਦਗੀ ਦੇ ਵਿੱਚ ਇੰਪੋਰਟੈਂਸ ਆ, ਅਤੇ ਕਿਸ ਤਰ੍ਹਾਂ ਨਾਲ ਆਪਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਖੇਡਾਂ ਪ੍ਰਭਾਵਿਤ ਕਰਦੀਆਂ ਹੈ ਨਾ, ਹਰ ਇੱਕ ਏਜ ਦੇ ਵਿੱਚ। ਅਤੇ ਪ੍ਰਮੁੱਖ ਖੇਡਾਂ ਜਿਹੜੀਆਂ ਹੈ ਉਹਨਾਂ ਦੇ ਬਾਰੇ 'ਚ ਆਪਾਂ ਪਹਿਲਾਂ ਗੱਲ ਕਰਾਂਗੇ। ਗੁੱਲੀ ਡੰਡਾ, ਕੋਟਲਾ ਛਪਾਕੀ, ਪਿੱਠੂ ਗਰਮ, ਖਿੱਦੋ ਖੂੰਡੀ, ਬਾਂਦਰ ਕਿੱਲਾ, ਕੀੜ ਕੜਾਂਗਾ, ਲੁਕਣ ਮਿੱਟੀ, ਅੱਡੀ ਟੱਪਾ, ਥਾਲ ਖੇ ਨੂੰ ਅੱਡੀ ਛੜੱਪਾ, ਥਾਲ ਜਾਂ ਖੇ ਨੂੰ ਅੱਡੀ ਛੜੱਪਾ, ਅਖਰੋਟ ਜਾਂ ਰੀਠੇ, ਉਠਕ ਬੈਠਕ, ਅੰਨਾ ਅੰਨੀ, ਗੀਟੇ, ਅੰਗਲਾ ਪਤੰਗਲਾ, ਕਬੱਡੀ, ਸੌਂਚੀ ਪੱਕੀ, ਹੈ ਨਾ। ਇਸ ਤਰ੍ਹਾਂ ਦੇ ਇਹ ਤੁਸੀਂ ਵੀ ਮੈਨੂੰ ਕਮੈਂਟ ਬਾਕਸ ਵਿੱਚ ਦੱਸਿਓ ਵੀ ਤੁਸੀਂ ਕਿਸ ਤਰ੍ਹਾਂ ਦੀ ਖੇਡ ਖੇਡੀ ਆ, ਹੈ ਨਾ। ਗੁੱਲੀ ਡੰਡਾ ਜਿਹੜਾ ਇਹ ਪੰਜਾਬੀਆਂ ਦਾ ਹਰਮਨ ਪਿਆਰੀ ਲੋਕ ਖੇਡ ਆ, ਹੈ ਨਾ। ਅਤੇ ਇਹਦੇ ਵਿੱਚ ਖਿਡਾਰੀਆਂ ਨੇ ਬੜੀ ਦਿਲਚਸਪੀ ਨਾਲ ਖੇਡਿਆ ਜਾਂਦਾ ਹੈ। ਗੁੱਲੀ ਡੰਡਾ ਖੇਡਣ ਲਈ ਖੁੱਲ੍ਹੇ ਮੈਦਾਨ ਦੀ ਜ਼ਰੂਰਤ ਹੁੰਦੀ ਹੈ। ਇੱਕ 2.5-3 ਫੁੱਟ ਦਾ ਡੰਡਾ ਅਤੇ ਦੂਜੇ 4-5 ਇੰਚ ਦੀ ਦੋਨੋਂ ਪਾਸਿਓਂ ਘੜੀ ਹੋਈ ਗੁੱਲੀ ਹੁੰਦੀ ਹੈ। ਇਹ ਖੇਡ ਜਿੱਤ ਹਾਰ ਦਾ ਨਿਰਣਾ ਖਿਡਾਰੀਆਂ ਨੂੰ ਦੇਰ ਤੱਕ ਖੇਡਣ ਤੋਂ ਲੱਗਦਾ। ਜਿਹੜੀ ਟੋਲੀ ਜ਼ਿਆਦਾ ਦੇਰ ਤੱਕ ਖੇਡ ਸਕੀ ਉਹੀ ਜਿੱਤ ਜਾਂਦੀ ਹੈ। ਠੀਕ ਹੈ। ਕੋਟਲਾ ਛਪਾਕੀ ਜਾਂ ਕਾਜੀ ਕੋਟਲੇ ਦੀ, ਹੁਣ ਇਹ ਚੀਜ਼ ਯਾਦ ਰੱਖਿਓ ਜੇ, ਕੋਟਲਾ ਛਪਾਕੀ ਜਾਂ ਕਾਜੀ ਕੋਟਲੇ ਦੀ, ਹੈ ਨਾ। ਇਹ ਦੋਨੇ ਚੀਜ਼ਾਂ ਇੱਕ ਹੀ ਆ। ਇਹ ਕੀ ਹੁੰਦਾ ਹੈ, ਚਾਰੇ ਪਾਸੇ ਗੋਲ ਦਾਇਰਾ ਵੱਲ ਕੇ ਸਾਰੇ ਬੱਚੇ ਬੈਠ ਜਾਂਦੇ ਆ, ਹੈ ਨਾ। ਅਤੇ ਇੱਕ ਗੀਤ ਗਾਇਆ ਜਾਂਦਾ ਹੈ, ਕੋਟਲਾ ਛਪਾਕੀ ਜੁੰਮੇ ਰਾਤ ਆਈ ਜੇ, ਜਿਹੜਾ ਇੱਧਰ ਉੱਧਰ ਦੇਖੇ ਉਹਦੀ ਸ਼ਾਮਤ ਆਈ ਹੈ, ਹੈ ਨਾ। ਅਤੇ ਉਹਨਾਂ ਦੀ ਅੱਖਾਂ ਮੈਨੂੰ ਲੱਗਦਾ ਬੰਦ ਹੁੰਦੀਆਂ ਹੈ, ਅਤੇ ਜਿਹੜਾ ਇੱਕ ਜਣਾ ਹੁੰਦਾ ਉਹਦੇ ਇੱਕ ਛਪਾਕੀ ਬਣਾਈ ਹੁੰਦੀ ਆ ਹੱਥ ਦੇ ਵਿੱਚ ਇੱਕ ਦੁਪੱਟੇ ਨੂੰ ਵਲ ਕੇ, ਅਤੇ ਉਹਨੇ ਜਦੋਂ ਕੋਈ ਉੱਪਰ ਨੂੰ ਮੂੰਹ ਚੱਕਦਾ ਹੈ ਤਾਂ ਉਹਦੀ ਢੂਈ 'ਚ ਮਾਰਨਾ ਹੁੰਦਾ ਹੈ ਉਸਨੂੰ, ਔਰ ਕਿਸੇ ਇੱਕ ਬੰਦੇ ਦੇ ਮਗਰ ਰੱਖ ਦਿੱਤੀ, ਜਿਹਦੇ ਮਗਰ ਰੱਖਤੀ, ਜੇ ਉਹਨੂੰ ਨਾ ਪਤਾ ਲੱਗਿਆ ਤਾਂ ਉਹਦੇ ਸਿਰਦਾਈ ਆ ਜਾਂਦੀ ਸੀ, ਕੁਛ ਐਵੇਂ ਦਾ ਹੁੰਦਾ ਸੀਗਾ। ਅੱਛਾ, ਉਹ ਕੋਟਲਾ ਤਿਆਰ ਕੀਤਾ ਜਾਂਦਾ ਸੀ। ਠੀਕ ਆ। ਕੱਪੜੇ ਨੂੰ ਜਾਂ ਤਾਂ ਦੁਪੱਟੇ ਨੂੰ ਵਲੇਟ ਕੇ ਉਹਦੀ ਜਿਵੇਂ ਉਹਨੂੰ ਵਲ ਕੇ ਫਿਰ ਉਹਦਾ ਇੱਕ ਕੋਟਲਾ ਤਿਆਰ ਕੀਤਾ ਜਾਂਦਾ ਸੀਗਾ। ਪਿੱਠੂ ਗਰਮ ਜਿਹੜਾ ਇਹ ਗੇਂਦ ਜਾਂ ਖਿੱਦੋ ਨਾਲ ਖੇਡੀ ਜਾਣ ਵਾਲੀ ਖੇਡ, ਇਸ ਵਿੱਚ ਕਿਸੇ ਵੀ ਘੜੇ ਜਾਂ ਤੌੜੀ ਦੇ ਟੋਟਕੇ ਕਰਕੇ 7 ਠੀਕਰੀਆਂ ਇੱਕ ਪਾਲ ਵਿੱਚ ਖੜੀਆਂ ਕੀਤੀਆਂ ਜਾਂਦੀਆਂ। ਵਾਰੀ ਲੈਣ ਵਾਲੇ ਖਿਡਾਰੀ ਨੇ ਇਸ ਪਾਲ ਤੋਂ ਕੁਝ ਫਾਸਲਾ ਬਣਾ ਕੇ ਇਸ ਪਾਲ ਨੂੰ ਸੁੱਟਣਾ ਹੁੰਦਾ ਸੀ। ਇਹ ਮੈਂ ਨਹੀਂ ਦੇਖੀ ਇਹ। ਔਰ ਖਿੱਦੂ ਖੂੰਡੀ ਹਾਕੀ ਦਾ ਮੁੱਢਲਾ ਰੂਪ ਆ। ਜਿਵੇਂ ਹਾਕੀ ਖੇਡੀ ਜਾਂਦੀ ਸੀ, ਹੈ ਨਾ, ਉਸੇ ਤਰ੍ਹਾਂ ਖਿੱਦੋ ਖੂੰਡੀ ਖੇਡੀ ਜਾਂਦੀ ਸੀ। ਇੱਕ ਖੂੰਡੀ ਬਣਾ ਲਈ ਜਾਂਦੀ ਔਰ ਨਾਲ ਗੇਂਦ ਹੁੰਦੀ ਸੀ। ਬਾਂਦਰ ਕਿੱਲਾ ਜਿਹੜਾ ਇਹ ਆਮ ਕਰਕੇ ਠੰਡੇ ਮੌਸਮ ਵਿੱਚ ਖੇਡੀ ਜਾਣ ਵਾਲੀ ਖੇਡ, ਮੁੰਡੇ ਕੁੜੀਆਂ ਮਿਲ ਕੇ ਖੇਡਦੇ ਆ, ਜਿਸ ਨੂੰ ਖੇਡਣ ਲਈ ਮੈਦਾਨ ਵਿੱਚ ਇੱਕ ਕਿੱਲਾ ਗੱਡਿਆ ਜਾਂਦਾ, ਜਿੱਦੇ 3-4 ਮੀਟਰ 'ਤੇ ਲੰਮੀ ਰੱਸੀ ਬੰਨ੍ਹ ਲਈ ਜਾਂਦੀ ਹੈ, ਅਤੇ ਕਿੱਲੇ ਦੇ ਆਲੇ ਦੁਆਲੇ ਖਿਡਾਰੀ ਆਪਣੀਆਂ ਜੁੱਤੀਆਂ ਰੱਖਦੇ ਆ, ਅਤੇ ਜਿਸ ਦੇ ਸਿਰ ਵਾਰੀ ਆਈ ਹੋਵੇ ਉਹ ਰੱਸਾ ਫੜ ਕੇ ਬਾਕੀ ਖਿਡਾਰੀਆਂ ਨੂੰ ਛੂਹਣ ਲਈ ਬਾਂਦਰ ਵਾਂਗ ਟੱਪਦਾ ਤਦ ਤੱਕ ਚੱਲਦਾ ਜਿਸ ਦੂਜੇ ਸਿਰ ਵਾਰੀ ਨਹੀਂ ਆ ਜਾਂਦੀ ਕਿ। ਠੀਕ ਹੈ। ਅੱਗੇ ਆਉਂਦਾ ਕੀੜ ਕੜਾਂਗਾ। ਇਹ ਵੀ ਨਹੀਂ ਮੈਂ ਸੁਣੀ ਪਹਿਲਾਂ, ਮਤਲਬ ਖੇਡੀ ਨਹੀਂ ਆ, ਦੇਖੀ ਵੀ ਨਹੀਂ ਆ। ਇਹਨੂੰ ਡੰਡ ਪੜਾਂਗੜ ਵੀ ਕਿਹਾ ਜਾਂਦਾ ਹੈ। ਕੀੜ ਪੜਾਂਗਾ, ਡੰਡ ਪੜਾਂਗੜ, ਇਹ ਲੜਕਿਆਂ ਦੀ ਖੇਡ ਆ। ਹੁਣ ਇਹ ਦੋ ਚੀਜ਼ਾਂ ਯਾਦ ਰੱਖਣੀਆਂ, ਇੱਕ ਤਾਂ ਡੰਡ ਪੜਾਂਗੜ ਅਤੇ ਇੱਕ ਲੜਕਿਆਂ ਦੀ ਖੇਡ ਆ। ਇਸ ਖੇਡ ਵਿੱਚ ਦਰਖਤਾਂ ਦੇ ਉੱਪਰ ਚੜ੍ਹਨ ਉਤਰਨ ਦਾ ਚੰਗਾ ਅਭਿਆਸ ਹੋ ਜਾਂਦਾ। ਇਸ ਖੇਡ ਨੂੰ ਜੰਡ, ਪਲੰਗ, ਪਰਾਗਾ, ਡੰਡਾ ਡੁੱਕ, ਪੀਲ ਪਲਾਂਗਣ, ਜੰਡ, ਖੜੰਗ ਦਾ ਨਾਮ ਨਾਲ ਵੀ ਪੁਕਾਰਿਆ ਜਾਂਦਾ ਹੈ। ਕਈ ਵਾਰੀ ਦੇਣ ਵਾਲਾ ਖਿਡਾਰੀ ਦੂਰ ਸੁੱਟੇ ਡੰਡੇ ਨੂੰ ਬਣੇ ਹੋਏ ਚੱਕਰ ਵਿੱਚ ਲਿਆ ਕੇ ਰੱਖਦਾ ਅਤੇ ਦਰਖਤਾਂ ਦੇ ਉੱਤੇ ਚੜ੍ਹ ਕੇ ਜਾਂ ਕੋਈ ਹੋਰ ਖਿਡਾਰੀਆਂ ਨੂੰ ਛੂੰਹਦਾ ਹੈ। ਠੀਕ ਹੈ। ਲੁਕਣ ਮਿੱਟੀ ਦਾ ਮੈਨੂੰ ਲੱਗਦਾ ਸਾਰਿਆਂ ਨੂੰ ਪਤਾ ਹੀ ਹੋਊਗਾ ਵੀ ਇੱਕ ਜਿਹੜਾ ਵਾਰੀ ਦੇਣ ਵਾਲਾ ਹੈ, ਹੈ ਨਾ, ਦੂਜੇ ਲੁਕੇ ਹੋਏ ਬੱਚਿਆਂ ਨੂੰ ਲੱਭਣਾ ਹੁੰਦਾ ਹੈ ਉਹਨੇ, ਕੁਝ ਬਾਕੀ ਬੱਚੇ ਜਿਹੜੇ ਆ ਉਹ ਲੁਕ ਜਾਂਦੇ ਆ। ਅੱਗੇ ਆਉਂਦਾ ਅੱਡੀ ਟੱਪਾ। ਇਹ ਕੁੜੀਆਂ ਦੀ ਮਨਪਸੰਦ ਖੇਡ ਆ, ਅਤੇ ਇਸ ਖੇਡ ਨੂੰ ਸਮੁੰਦਰ ਪਟੜਾ ਜਾਂ ਪੀਚੋ ਬੱਕਰੀ ਵੀ ਕਿਹਾ ਜਾਂਦਾ। ਹੁਣ ਇਹ ਚੀਜ਼ ਵੀ ਤੁਸੀਂ ਯਾਦ ਰੱਖਣੀ ਆ। ਅੱਡੀ ਟੱਪਾ ਨੂੰ
ਸਮੁੰਦਰ ਪਟੜਾ ਤੇ ਪੀਚੋ ਬੱਕਰੀ। ਔਰ ਸਾਡੇ ਏਰੀਏ ਦੇ ਵਿੱਚੋਂ ਜਿਵੇਂ ਜੇ ਮੇਰੇ ਵਰਗੇ ਨੇ ਪੇਪਰ ਪਾਉਣਾ ਹੋਵੇ ਤਾਂ ਉਹ ਇਹਨੂੰ ਡੱਬਾ ਡਿਕਰੀ ਵੀ ਬੋਲ ਸਕਦਾ ਹੈ। ਇਹਦੇ ਵਿੱਚ 5-6 ਖਾਨੇ ਬਣਾ ਕੇ ਹੈ ਨਾ, ਖਾਨੇ ਵਿੱਚ ਕੰਟਾ ਲੱਗਾ ਹੁੰਦਾ ਜਿਸ ਵਿੱਚ 2 ਪੈਰ ਰੱਖਣੇ ਹੁੰਦੇ ਜ਼ਰੂਰੀ ਹੁੰਦੇ ਆ, ਜਿੱਥੇ ਇੱਕ ਪੈਰ ਦੇ ਭਾਰ ਚੱਲਣਾ ਤੇ ਦੂਜੇ ਉੱਥੇ ਦੂਜਾ ਲੱਗ ਜਾਏ ਤਾਂ ਖਿਡਾਰੀ ਦੀ ਵਾਰੀ ਕੱਟੀ ਜਾਂਦੀ ਆ ਹੈ ਨਾ। ਇਸ ਖੇਡ ਵਿੱਚ 2 ਤਰ੍ਹਾਂ ਦੇ ਠੁੱਡੇ ਮਾਰ ਕੇ ਆ ਠਿੱਪੀ ਫੜ ਕੇ, ਉਹਨੂੰ ਠਿੱਕਰੀ ਵੀ ਬੋਲਦੇ ਆ, ਠੀਕ ਆ। ਅੱਗੇ ਹੁੰਦਾ ਇਹ ਵਾਲੀਆਂ ਨਾ ਜਿਹੜੀਆਂ ਇਹਨਾਂ ਨਾਲ ਰਿਲੇਟਡ ਗੀਤ ਜਾਂ ਬੋਲੀਆਂ, ਇਹਨਾਂ ਨੂੰ ਵੀ ਪੜ੍ਹ ਲਿਓ ਹੈ ਨਾ। ਅਖਰੋਟ ਜਾਂ ਰੀਠੇ ਜਾਂ ਬੰਟੇ। ਅੱਛਾ, ਮੈਨੂੰ ਪਹਿਲਾਂ ਨਹੀਂ ਸਮਝ ਆਇਆ। ਅੱਛਾ, ਸਾਡੇ ਬੰਟੇ ਕਹਿੰਦੇ ਆ, ਠੀਕ ਆ। ਅਖਰੋਟ, ਰੀਟੇ ਜਾਂ ਬੰਟੇ ਪੰਜਾਬੀਆਂ ਦੀ ਲੋਕ ਪ੍ਰਿਆ ਖੇਡ ਆ। ਬੱਚਿਆਂ ਤੋਂ ਲੈ ਕੇ ਗੱਭਰੂਆਂ ਤੱਕ ਇਹ ਖੇਡ ਵਿੱਚ ਹਿੱਸਾ ਲੈਂਦੇ ਆ। ਇਸ ਖੇਡ ਰਾਹੀਂ ਨਿਸ਼ਾਨਾ ਲਗਾਉਣ ਦਾ ਅਭਿਆਸ ਕੀਤਾ ਜਾਂਦਾ ਹੈ, ਜਿਵੇਂ ਰੀਠੇ, ਅਖਰੋਟ 3 ਤਰ੍ਹਾਂ ਨਾਲ ਖੇਡੇ ਜਾਂਦੇ ਆ। ਤਾਨੇ ਮਾਰਨ, ਪਿੱਲੇ ਗੋਲੀ ਤੇ ਜੰਗਲਾ। ਇਹ ਤੁਹਾਨੂੰ ਜ਼ਿਆਦਾ ਪਤਾ ਹੋਊਗਾ ਸ਼ਾਇਦ ਬॉयज़ ਨੂੰ, ਤਾਂ ਇਹ ਦੱਸਿਓ ਇਹ ਕੀ ਹੈ। ਆਹ ਵਾਲੇ ਤਾਨੇ ਮਾਰਨਾ, ਪਿੱਲੇ ਗੋਲੀ ਜਾਂ ਜੰਗਲਾ ਹੈ ਨਾ, ਬॉयज़ ਜ਼ਿਆਦਾ ਖੇਡਦੇ ਆ ਇਹ। ਉਠਕ ਬੈਠਕ ਦਾ ਵੀ ਪਤਾ ਹੈ। ਅੰਨਾ ਅੰਨੀ ਜਿਹੜੀ ਇਹ ਦੇਖ ਲੈਂਦੇ ਆ ਕੀ ਆ। ਅੰਨਾ ਅੰਨੀ ਛੋਟੇ ਬੱਚਿਆਂ ਦੀ ਖੇਡ। ਇਸ ਵਿੱਚ 2 ਬੱਚਿਆਂ ਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ ਜਾਂਦੀ ਹੈ ਤੇ ਬੱਚੇ ਭੱਜਦੇ ਆ, ਦੂਜਿਆਂ ਨੂੰ ਬਾਕੀਆਂ ਨੂੰ ਛੂੰਹਦਾ ਹੈ। ਅੱਛਾ, ਇਹ ਸਾਡੇ ਇਹਨੂੰ ਕਹਿੰਦੇ ਆ ਅੰਨਾ ਝੋਟਾ, ਠੀਕ ਹੈ। ਔਰ ਗੀਟੇ ਜਾਂ ਟਹਿਣਾ ਜਿਹੜੀ ਛੋਟੀ ਕੁੜੀਆਂ ਦੀ ਛੋਟੀ ਖੇਡ, ਛੋਟੀਆਂ ਤੇ ਵੱਡੀਆਂ ਕੁੜੀਆਂ ਦੀ ਆ। ਔਰ ਇਹਦੇ ਵਿੱਚ ਗੀਟੇ ਹੁੰਦੇ ਆ ਮਿੱਟੀ ਜਾਂ ਜਿਹੜੀ ਇੱਟ ਹੁੰਦੀ ਆ ਜਾਂ ਪੱਥਰ ਹੁੰਦਾ, ਉਹਨਾਂ ਨੂੰ ਗੋਲ ਗੋਲ ਬਣਾ ਕੇ ਉਹਨਾਂ ਨੂੰ ਉੱਪਰ ਨੂੰ ਸੁੱਟ ਕੇ ਬੁੱਚਣਾ ਹੁੰਦਾ ਹੈ, ਉਹ ਵਾਲੀ ਖੇਡ ਆ। ਅੰਗਲਾ ਪਤੰਗਲਾ ਛੋਟੇ ਬੱਚਿਆਂ ਦੀ ਖੇਡ ਆ। ਇਸ ਵਿੱਚ ਬੱਚੇ ਇੱਕ ਦੂਜੇ ਦੀਆਂ ਬਾਹਾਂ ਫੜ ਕੇ ਗੋਲ ਘੇਰਾ ਬਣਾ ਕੇ ਘੁੰਮਦੇ ਆ ਤੇ ਨਾਲ ਨਾਲ ਬੋਲਦੇ ਆ ਇਹ ਵਾਲੀ ਗੱਲ। ਗੱਡਾ ਭਰਿਆ ਮਿਰਚਾਂ ਦਾ, ਮੈਂ ਤੇ ਭਾਬੋ ਕੁੱਟਣ ਲੱਗੀਆਂ, ਮੈਨੂੰ ਆਈਆਂ ਛਿੱਕਾਂ, ਆਸ਼ੀ ਆਸ਼ੀ ਆਸ਼ੀ। ਅੱਗੇ ਹੁੰਦਾ ਇਹ ਸੰਚੀ ਪੱਕੀ, ਮਾਲਵੇ ਦੇ ਗੱਭਰੂਆਂ ਦੀ ਮਨਪਸੰਦ ਖੇਡ ਆ, ਠੀਕ ਹੈ। ਇਹ ਥੋੜ੍ਹੀ ਬਹੁਤ ਬਾਕਸਿੰਗ ਤੇ ਕਬੱਡੀ ਨਾਲ ਵੀ ਮਿਲਦੀ ਆ। ਕਬੱਡੀ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਹੈ, ਜਿਸ ਕਾਰਨ ਸੁਭਾਅ ਤੇ ਸ਼ਕਤੀ ਦਾ ਪ੍ਰਗਟਾਵਾ ਹੁੰਦਾ ਹੈ। ਤੇ ਲੰਬੀ ਕੌਡੀ, ਗੂੰਗੀ ਕੌਡੀ, ਸੌਂਚੀ ਕੌਡੀ ਕਬੱਡੀ ਦੀਆਂ ਹੋਰ ਵੱਖ ਵੱਖ ਕਿਸਮਾਂ ਹੈ, ਠੀਕ ਹੈ। ਇਹਨਾਂ ਨੂੰ ਯਾਦ ਰੱਖਣਾ ਹੈ ਤੁਸੀਂ। ਔਰ ਇਸ ਤੋਂ ਬਿਨਾਂ ਇਹ ਮਾਡਰਨ ਖੇਡਾਂ ਹੈ। ਪੁਤਲੀਆਂ ਦਾ ਤਮਾਸ਼ਾ। ਸਾਡੇ ਸਮਾਜ ਵਿੱਚ ਕਈ ਤਰ੍ਹਾਂ ਦੇ ਤਮਾਸ਼ੇ ਹੁੰਦੇ ਆ, ਜਿਵੇਂ ਹੈ ਨਾ, ਪੁਤਲੀਆਂ ਦਾ ਤਮਾਸ਼ਾ, ਬਾਜੀਗਰਾਂ ਦਾ ਤਮਾਸ਼ਾ, ਮਰਾਸੀਆਂ ਦਾ ਤਮਾਸ਼ਾ ਹੈ ਨਾ। ਪੁਤਲੀਆਂ ਦਾ ਤਮਾਸ਼ਾ ਉਹੀ ਆ ਗਿਆ ਜਿਹਦੇ ਵਿੱਚ ਉਹ ਪਪਟ ਹੁੰਦੇ ਆ ਹੈ ਨਾ, ਪਪਟ ਵਾਲਾ। ਔਰ ਬਾਜੀਗਰਾਂ ਦਾ ਤੁਹਾਨੂੰ ਪਤਾ ਹੀ, ਉਹ ਬਾਜੀਆਂ ਪਾਉਂਦੇ ਆ ਹੈ ਨਾ, ਅੱਗੇ ਸੇ ਕਰਤੱਵ ਦਿਖਾਉਂਦੇ ਆ। ਮਰਾਸੀਆਂ ਦਾ ਤਮਾਸ਼ਾ ਆਪਾਂ ਉਹ ਦੇਖਿਆ ਹੀ ਹੈ, ਜਿਵੇਂ ਯੂਥ ਫੈਸਟੀਵਲ ਵਿੱਚ ਹਾਸਾ ਪਾਉਂਦੇ ਹੁੰਦੇ ਆ ਹੈ ਨਾ। ਔਰ ਪੰਜਾਬੀ ਸੂਫੀ ਕਾਵਿ ਅਗਲਾ ਆਪਣਾ ਟੌਪਿਕ ਆਉਂਦਾ ਹੈ। ਸੂਫੀ ਸ਼ਬਦ ਦਾ ਜਿਹੜਾ ਇਸ ਸੰਬੰਧੀ ਹੁਣ ਤੁਹਾਨੂੰ ਨਾ ਲੋਕਧਾਰਾ ਸੱਭਿਆਚਾਰ ਵਿੱਚ ਕੋਈ ਵੀ ਕੁਐਸਚਨ ਆਵੇ ਤਾਂ ਉਹ ਤੁਹਾਡਾ ਗਲਤ ਨਹੀਂ ਹੋਣਾ ਚਾਹੀਦਾ। ਆਲਮੋਸਟ ਮੈਂ ਕੋਸ਼ਿਸ਼ ਕੀਤੀ ਹੈ ਵੀ ਸਾਰੇ ਹੀ ਸਿਲੇਬਸ ਜਿਹੜਾ ਸੱਭਿਆਚਾਰ ਅਤੇ ਲੋਕਧਾਰਾ ਦੇ ਵਿੱਚੋਂ ਸਾਰੇ ਕੁਐਸਚਨ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ। ਅਗਰ ਤੁਸੀਂ ਬਹੁਤ ਧਿਆਨ ਨਾਲ ਆਪਣਾ ਜਿੰਨੀਆਂ ਵੀ ਵੀਡੀਓਜ਼ ਆਪਾਂ ਬਣਾਈਆਂ ਹੈ ਨਾ, ਇਹ ਲਾਸਟ ਮਿੰਟ ਰਿਵੀਜ਼ਨ ਦੇ ਅੰਡਰ, ਤਾਂ ਅਗਰ ਤੁਸੀਂ ਧਿਆਨ ਨਾਲ ਦੇਖਿਆ ਤਾਂ ਮੈਨੂੰ ਲੱਗਦਾ ਨਹੀਂ ਆ ਵੀ ਕੋਈ ਕੁਐਸਚਨ ਗਲਤ ਹੋਊਗਾ। ਅੱਗੇ ਆਪਣਾ ਹੁੰਦਾ ਹੈ ਪੰਜਾਬੀ ਸੂਫੀ ਕਾਵਿ। ਸੂਫੀ ਸ਼ਬਦ ਆ ਜਿਹੜਾ ਇਹ ਸੰਬੰਧੀ ਵਿਦਵਾਨਾਂ ਨੇ ਆਪਣੇ ਵੱਖ ਵੱਖ ਭਾਵ ਪ੍ਰਗਟਾਏ ਆ। ਇਹ ਸ਼ਬਦ ਮੇਰੇ ਤੋਂ ਗਲਤ ਬੋਲਿਆ ਜਾਊਗਾ। ਸ਼ਬਦ ਹਜ਼ਰਤ ਮੁਹੰਮਦ ਦੀ ਮੌਤ ਤੋਂ ਪਿੱਛੋਂ ਉਸ ਸਮੇਂ ਦੇ ਲੋਕਾਂ ਦੁਆਰਾ ਰਚਿਆ ਜਾਂਦਾ ਸੀ, ਜਿਸ ਦਾ ਭਾਵ ਹੈ ਅਨਿਆਈ, ਇਹ ਵਾਲਾ ਸ਼ਬਦ, ਠੀਕ ਹੈ।
ਹਜ਼ਰਤ ਮੁਹੰਮਦ ਦੀ ਮੌਤ ਤੋਂ ਉਪਰੰਤ ਇਸਲਾਮ ਵਿੱਚ ਧਾਰਮਿਕ ਰੁਚੀਆਂ ਦੇ ਪੱਖ ਤੋਂ ਪਤਨ ਹੋਣਾ ਸ਼ੁਰੂ ਹੋ ਗਿਆ। ਲੋਕ ਖੁਦਾ ਨਾਲੋਂ ਸੰਸਾਰਿਕ ਰੁਚੀਆਂ ਵਿੱਚ ਵਧੇਰੇ ਲੱਗ ਗਏ। ਇਸ ਸਮੇਂ ਵਧੇਰੇ ਸੰਪਰਦਾਵਾਂ ਹੋਂਦ ਵਿੱਚ ਆਈਆਂ। ਅਜਿਹੀ ਪ੍ਰਕਿਰਤੀਆਂ ਵਿੱਚ ਜਿਹੜੇ ਲੋਕ ਖੁਦਾ ਦੀ ਯਾਦ ਵਿੱਚ ਜੁੜਨ ਲੱਗੇ, ਸੂਫੀ ਨਾਮ ਨਾਲ ਜਾਣੇ ਜਾਣ ਲੱਗੇ। ਇਹ ਲੋਕ ਸੰਸਾਰ ਤੋਂ ਨਿਰਲੇਪ ਰਹਿੰਦੇ। ਕੁਰਾਨ ਵਿੱਚ ਇਸ ਸ਼ਬਦ ਦੇ ਅਰਥ ਪ੍ਰਗਟਾਵੇ ਵਾਸਤੇ ਮੁਕਰਬ ਸ਼ਬਦ ਵਰਤਿਆ ਗਿਆ, ਜਿਸ ਦਾ ਭਾਵ ਹੈ ਖੁਦਾ ਦੇ ਨਿਕਟ ਰਹਿਣਾ। ਅਜਿਹੇ ਸਾਧਕਾਂ ਦਾ ਮਤ ਹੈ ਕਿ ਉਹਨਾਂ ਦਾ ਮਾਲਿਕ ਉਹਨਾਂ ਨੂੰ ਸਹੀ ਪਥ ਪ੍ਰਦਰਸ਼ਕ ਹੈ, ਹੱਕ ਤੇ ਹਲਕ ਦਾ ਗਿਆਨ ਪ੍ਰਾਪਤ ਕਰਨ ਵਾਲਾ ਹੈ। ਠੀਕ ਹੈ। ਸੂਫੀ ਸ਼ਬਦ ਹੌਲੀ ਹੌਲੀ ਆਪਣੇ ਭਾਵ ਪ੍ਰਗਟਾਉਣ ਲਈ ਵਰਤੋਂ ਵਿੱਚ ਆਉਣ ਲੱਗਾ ਤੇ ਇਸ ਦਾ ਪ੍ਰਯੋਗ ਸ਼ੁਰੂ ਵਿੱਚ ਕੁਫਾ ਤੇ ਅਬੂ ਹਾਸ਼ਮ ਨੇ ਕੀਤਾ। ਠੀਕ ਹੈ। ਔਰ ਸੂਫੀ ਮਤ ਜਿਹੜਾ ਇਹ ਸੂਫੀ ਮਤ ਇਸਲਾਮ ਦਾ ਹੀ ਇੱਕ ਰਹੱਸਵਾਦੀ ਰੂਪ ਹੈ। ਇਹ ਮਤ ਇਸਲਾਮ ਤੋਂ ਪੈਦਾ ਹੋਇਆ। ਸੂਫੀ ਮਤ ਦਾ ਜਨਮ ਹਜ਼ਰਤ ਮੁਹੰਮਦ ਸਾਹਿਬ ਤੋਂ ਹੀ ਸਮਝਣਾ ਚਾਹੀਦਾ ਹੈ। ਭਾਵੇਂ ਆਮ ਤੌਰ 'ਤੇ ਹਜ਼ਰਤ ਅਲੀ ਇਸ ਮਤ ਦਾ ਮੋਢੀ ਹਨ। ਸੂਫੀ ਮਤ ਦਾ ਜਨਮ ਕੇਂਦਰ ਹੀ ਇਸਲਾਮ ਹੈ। ਇਸ ਮਤ ਦੇ ਵਿਅਕਤੀ ਨੂੰ ਆਪਣੇ ਬੁਨਿਆਦੀ ਅਸੂਲ ਸ਼ਰੀਅਤ, ਤਰੀਕਤ, ਹਕੀਕਤ ਤੇ ਮਾਰਫਤ ਦੁਆਰਾ ਇੱਕ ਸੂਫੀ ਸਾਧਕ ਨੂੰ ਸੰਤੁਲਿਤ ਵਿਅਕਤੀ ਬਣਨ ਦੀ ਪ੍ਰੇਰਨਾ ਦਿੱਤੀ ਹੈ। ਇਹ ਵਿਚਾਰ ਪ੍ਰਗਟ ਕੀਤਾ ਜਾਂਦਾ ਹੈ ਕਿ ਸੂਫੀ ਮਤ ਸਿਮੈਂਟਿਕ ਧਰਮ ਦੇ ਵਿਰੁੱਧ ਆਰੀਆ ਮਨ ਦੇ ਪ੍ਰਤੀਕਰਮ ਵਜੋਂ ਪ੍ਰਗਟ ਹੋਇਆ। ਔਰ ਦੂਜੀ ਜਿਹੜੀ ਧਾਰਨਾ ਇਹਦੇ ਨਾਲ ਜੁੜ ਜਾਂਦੀ ਆ ਇੱਕ ਚੀਜ਼ ਇਹ ਵੀ, ਸੂਫੀ ਜਿਹੜੇ ਆ ਇਹ ਸੂਫੀ ਮਤ 9ਵੀਂ ਸਦੀ ਵਿੱਚ ਹੋਂਦ ਵਿੱਚ ਆਇਆ। ਇਸ ਦਾ ਆਰੰਭਿਕ ਕੇਂਦਰ ਈਰਾਨ ਤੇ ਬਗਦਾਦ ਤੇ ਕੂਫਾ ਵਿਖੇ ਹੈ। ਸੂਫੀ ਸ਼ਬਦ ਸੂਫ ਤੋਂ ਬਣਿਆ, ਜਿਹਦਾ ਅਰਥ ਹੈ ਉੱਨ। ਆਰੰਭਕ ਸੂਫੀ ਆਪਣੇ ਆਪ ਨੂੰ ਕੱਟੜ ਮੁਸਲਮਾਨਾਂ ਨਾਲ ਨਿਖੇੜਨ ਲਈ ਚਿੱਟੀ ਜਾਂ ਕਾਲੀ ਉੱਨ ਦੇ ਕੱਪੜੇ ਪਹਿਨਦੇ ਤੇ ਇਸ ਲਈ ਉਹਨਾਂ ਨੂੰ ਸੂਫੀ ਕਿਹਾ ਜਾਣ ਲੱਗਾ। ਮਗਰੋਂ ਜਾ ਕੇ ਕੇਵਲ ਉੱਨ ਸਗੋਂ ਕਾਲੇ ਰੰਗ ਦੇ ਕੱਪੜੇ ਵੀ ਇਹਨਾਂ ਦੀ ਪਛਾਣ ਬਣੀ। 12ਵੀਂ ਸਦੀ ਵਿੱਚ ਸੂਫੀਆਂ ਦੇ ਕਈ ਅੱਡੇ ਕਾਇਮ ਹੋ ਚੁੱਕੇ ਸਨ। ਪਾਕਪਟਨ, ਲਾਹੌਰ, ਮੁਲਤਾਨ, ਕਸੂਰ, ਉੱਚ ਸ਼ਰੀਫ ਅਤੇ ਪਾਣੀਪਤ ਇਹਨਾਂ ਦੇ ਵੱਡੇ ਗੜ੍ਹ ਸੀ। ਇਸ ਤੋਂ ਬਿਨਾਂ ਇਹਨਾਂ ਦੇ ਜਿਹੜੇ ਪ੍ਰਸਿੱਧ ਸਿਲਸਿਲੇ ਜਾਂ ਸੰਪਰਦਾਵਾਂ ਜਾਂ ਫਿਰਕੇ ਆ, ਉਹ ਹੈਗੇ ਸੂਫੀਆਂ ਦੇ, ਉਹ ਹੈਗੇ ਆ ਚਿਸ਼ਤੀ, ਨਕਸ਼ਬੰਦੀ, ਕਾਦਰੀ, ਮਲਾਮਤੀ, ਰੋਸ਼ਨੀ ਔਰ ਇਸ ਤੋਂ ਬਾਅਦ ਇਹਨਾਂ ਨੂੰ ਲਾਜਵੰਤੀ ਰਾਮਾ ਕ੍ਰਿਸ਼ਨਨ ਨੇ ਪੰਜਾਬ ਦੇ ਸੂਫੀਆਂ ਨੂੰ 3 ਭਾਗਾਂ ਵਿੱਚ ਵੰਡਿਆ। ਕੱਟੜ ਸੂਫੀ, ਦਾਰਸ਼ਨਿਕ ਮਤ ਸੂਫੀ ਤੇ ਸੂਫੀਆਂ ਦਾ ਹਰਮਨ ਪਿਆਰਾ ਧੜਾ ਇਸ ਤਰ੍ਹਾਂ ਨਾਲ। ਇਸ ਤੋਂ ਅੱਗੇ ਸੂਫੀ ਮਤ ਦੇ ਜਿਹੜੇ ਸਿਧਾਂਤ ਆ, ਇਹਨਾਂ ਦੇ ਸਿਧਾਂਤ ਕਿਹੜੇ ਸੀਗੇ ਵੀ ਜਿਹੜੇ ਇਹ ਇੱਕ ਪ੍ਰਭ ਦੇ ਵਿੱਚ ਹੀ ਆ ਇਹਨਾਂ ਮੰਨਣਾ ਸੀ ਇੱਕ ਪ੍ਰਭੂ ਇੱਕ ਆ, ਸਾਰੀ ਸ੍ਰਿਸ਼ਟੀ ਉਸ ਦੀ ਰਚਨਾ ਉਹਨੇ ਰਚੀ ਆ, ਹਰ ਥਾਂ ਮੌਜੂਦ ਆ, ਹਰ ਮਨੁੱਖ ਵਿੱਚ ਜਨਮ ਤੋਂ ਪ੍ਰੇਮ ਚਾਹੇ ਫਿਰ ਉਹ ਇਸ਼ਕ ਮਜਾਜੀ ਦਾ ਜਾਂ ਇਸ਼ਕ ਹਕੀਕੀ ਹੋਵੇ, ਰੱਬ ਨੂੰ ਪਾ ਕੇ ਉਸ ਦੇ ਦੱਸੇ ਰਾਹ 'ਤੇ ਚੱਲਣਾ, ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਤੇ ਨਾ ਹੀ ਕਿੰਤੂ ਕਰਨਾ ਹਰ ਵਕਤ ਰੱਬ ਦੀ ਬੰਦਗੀ ਕਰਨੀ। ਸੂਫੀਆਂ ਦੇ ਚਾਰ ਪੜਾਅ ਦੱਸਿਆ, ਸ਼ਰੀਅਤ, ਤਰੀਕਤ, ਹਕੀਕਤ ਤੇ ਮਾਰਫਤ। ਆਹ ਚੀਜ਼ ਇੰਪੋਰਟੈਂਟ ਆ। ਸ਼ਰੀਅਤ, ਤਰੀਕਤ, ਹਕੀਕਤ ਤੇ ਮਾਰਫਤ। ਠੀਕ ਹੈ। ਇਸ ਤੋਂ ਅਗਲਾ ਪੁਆਇੰਟ ਹੈਗਾ ਰੱਬ ਦੇ ਪਿਆਰਿਆਂ ਦੀ ਹੀ ਸੰਗਤ ਕਰੋ, ਪਾਠ, ਰੋਜ਼ੇ, ਨਮਾਜ਼, ਤਪ ਇਹ ਸਾਰੀ ਚੀਜ਼ਾਂ। ਫਿਰ ਆਪਣੇ ਆਪ ਨੂੰ ਨੀਵਾਂ ਮੰਨ ਕੇ ਰੱਬ ਕੋਲੋਂ ਬਖਸ਼ਿਸ਼ ਮੰਗਣੀ ਰੱਬੀ ਪਿਆਰ ਵਿੱਚ ਆਪਣੇ ਆਪ ਨੂੰ ਇੰਨਾ ਮਸਤ ਬਣਾਉਣਾ ਕਿ ਹਸਤੀ ਖਤਮ ਕਰ ਲਵੋ। ਨਿਮਰਤਾ ਦੇ ਗੁਣ ਧਾਰਨ ਕਰਨੇ, ਮਿੱਠਾ ਬੋਲਣਾ, ਜਾਤ ਪਾਤ ਦਾ ਵਿਤਕਰਾ ਨਾ ਕਰਨਾ, ਰੱਬ ਨੂੰ ਆਪਣੇ ਪ੍ਰੇਮੀ ਮੰਨ ਕੇ ਪ੍ਰੇਮ ਕਰਨਾ ਇਸ ਤਰ੍ਹਾਂ ਦੀਆਂ ਇਹਨਾਂ ਨੇ ਸਿਧਾਂਤ ਦਿੱਤੇ ਸੀਗੇ। ਔਰ ਅੱਜ ਦੀ ਵੀਡੀਓ ਦੇ ਲਈ ਇੰਨਾ ਹੀ। ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਜੇ ਅਗਰ ਤੁਸੀਂ ਇੱਥੋਂ ਤੱਕ ਆ ਹੀ ਗਏ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਨਾਲ ਕਮੈਂਟ ਜ਼ਰੂਰ ਕਰਿਆ ਕਰੋ। ਇਸ ਨਾਲ ਮੈਨੂੰ ਖੁਸ਼ੀ ਮਿਲਦੀ ਆ, ਮੈਨੂੰ ਲੱਗਦਾ ਹੈ ਕਿ ਮੇਰੀ ਜਿਹੜੀ ਮਿਹਨਤ ਉਹ ਸਾਰਥਕ ਜਾ ਰਹੀ ਆ ਕਮੈਂਟ ਵੀ ਜ਼ਰੂਰ ਕਰਿਓ ਅਗਰ। ਠੀਕ ਹੈ। ਥੈਂਕ ਯੂ ਸੋ ਮਚ।